श्री वाहिगुरु साहिब जीओ। मारू महला पंजवा। पाँच बरख को नाथ त्रुबारिक, हर सिमरता अमर अटारे। पुत्र हेता नारायण कहियो, जम कंकर मार बेदारे। मेरे ठाकुरा कीते अगणत उदारे। मोह दीन अल्प मत निर्गुण, परियो शरण दुआरे। रहाओ बाल्मीका सुपचारो तरियो, बाधक तरे बेचारे। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार अर सत्कार दे नाल अमृत बाणी हर हर तेरी, सुन सुन होवे परम गत मेरी। जलन भुजी शीतल होए मनुआ, सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो। आप कल सरवण कर रहे सी कि बाल्मीक सुपचारो तरियो, बधिक तरे विचारे। जिहड़ा बाल्मीक चंडाल वो भी नाम जप के तर गया, ते जिहड़ा बदक शिकारी सी, जिसने भगवान कृष्ण जी दे पैरों में तीर मारिया चरनां दे विच, वो भी वेखो वाहिगुरु दी कृपा दे नाल वो तर गया। जिस वेले 56 करोड़ यादवां दी आपो विच दी जंग होण करके वो सारे समाप्त हो गए। उस वेले भगवान कृष्ण जी उदास हो के सोम तीरथ प्रभास वाले स्थान उपर जाके गोडे के उपर पैर रख के सौ गए। उन्हां दे पैरों में जो पद्म सी वो तारी वांग लिशकारी मारदा सी। उधरों एक बदक शिकारी किसी शिकार की भाल विच जंगल विच फिरदा पिया सी, तां उसनूं कृष्ण जी के चरणों का लिशकदा होया पद्म एक हरण की अख वर्गा दिसिया। उन्हें निशाना मिन के तीर मार दिता, जो भगवान कृष्ण के पैरों 'च जा वजा। जदों बदक ने उत्थे जाके वेखिया तो भगवान कृष्ण जी का मुख वेख के उच्ची उच्ची रोन लग पिया। कहन लगा कि मेरे कोलों बहुत अनर्थ हो गया है। भगवान जी ने उसनूं गल न ला लिया अते किया कि विधान ही इस तरह होना सी, क्योंकि तू पिछले जन्म त्रेते युग विच बाली सी ते असीं भगवान रामचंद्र जी के रूप दे विच सी। उस वेले असीं सुग्रीव की मदद लई तेरे लोके तीर मारिया सी, क्योंकि तू देवतियां कोलों वर लिया होया सी कि जो भी तेरे नाल जंग करेगा उसका अद्धा बल मेरे विच आ जाए।
ਇਉਂ ਅਸੀਂ ਲੋਕੇ ਤੇਰੇ ਤੀਰ ਮਾਰਿਆ ਸੀ ਅਤੇ ਉਸ ਵੇਲੇ ਤੂੰ ਇਹ ਸੰਕਲਪ ਕੀਤਾ ਸੀ ਕਿ ਜਿਸ ਨੇ ਮੇਰੇ ਤੀਰ ਮਾਰਿਆ ਉਹਨੂੰ ਮੈਂ ਵੀ ਉਸੇ ਤਰ੍ਹਾਂ ਹੀ ਮਾਰਾਂ। ਉਸੇ ਸੰਕਲਪ ਕਰਕੇ ਤੈਨੂੰ ਹੁਣ ਬਦਕ ਦਾ ਰੂਪ ਮਿਲਿਆ ਅਤੇ ਤੂੰ ਸਾਡੇ ਤੀਰ ਮਾਰ ਕੇ ਆਪਣਾ ਸੰਕਲਪ ਪੂਰਾ ਕੀਤਾ ਹੈ। ਇੰਝ ਭਗਵਾਨ ਨੇ ਉਸ ਸ਼ਿਕਾਰੀ ਦੀ ਸਾਰੀ ਔਗਣ ਕੱਟ ਕੇ ਉਸ ਨੂੰ ਮੁਕਤ ਕਰ ਦਿੱਤਾ। ਇਹ ਸਾਰੇ ਪ੍ਰਸੰਗ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਵਿੱਚ ਇੰਝ ਬਿਆਨ ਕਰਦੇ ਹਨ। ਜਾਏ ਸੁਤਾ ਪਰਵਾਸ ਵਿੱਚ। ਪ੍ਰਭਾਸ ਤੀਰਥ ਦੇ ਉੱਪਰ ਜਾ ਕੇ ਕ੍ਰਿਸ਼ਨ ਭਗਵਾਨ ਜੀ ਗੋਡੇ 'ਤੇ ਲੱਤ ਰੱਖ ਕੇ ਪੈਰ ਰੱਖ ਕੇ ਸੌਂ ਗਿਆ। ਇਸ ਕਰਕੇ ਸਿਆਣੀਆਂ ਮਾਈਆਂ ਆਪਦੇ ਬੱਚਿਆਂ ਨੂੰ ਸੌਣ ਵਕਤ ਗੋਡੇ 'ਤੇ ਲੱਤ ਨਹੀਂ ਰੱਖਣ ਦਿੰਦੀਆਂ। ਕਈ ਤਾਂ ਗੁਰਦੁਆਰੇ ਵੀ ਆ ਕੇ ਉਹ ਕੁਰਸੀਆਂ ਮਾੜੀਆਂ ਮੋਟੀਆਂ ਉੱਚੀਆਂ ਟੇਬਲ ਤਾਂ ਲਾਏ ਹੁੰਦੇ ਨੇ ਹੈਂਡੀਕੈਪਾਂ ਲਈ, ਬਜ਼ੁਰਗਾਂ ਵਾਸਤੇ, ਅਤੇ ਉਹ ਮੇਰੇ ਵਰਗੇ ਵੀ ਨਾਲ ਨੌਜਵਾਨ ਵੀ ਮਾਈਆਂ ਬੀਬੀਆਂ ਬਜ਼ੁਰਗਾਂ ਨਾਲ ਬੈਠੀ ਗੱਲਾਂ ਮਾਰਦੇ ਹੋਣਗੇ। ਉਹ ਵੀ ਇਹ ਨਹੀਂ ਵੀ ਹੱਥ ਜੋੜ ਕੇ ਚਲੋ ਜੀ ਉੱਚੀ ਜਗ੍ਹਾ ਬੈਠੇ ਨੇ, ਸਰੀਰ ਦੀ ਢਲਿਆਈ ਕਰਕੇ ਉਹਨਾਂ ਵੀ ਗੋਡੇ 'ਤੇ ਪੈਰ ਰੱਖਿਆ ਹੋਊਗਾ ਅਤੇ ਪੈਰ ਪਲੋਸਦੇ ਹੋਣਗੇ, ਜਾਂ ਕਈਆਂ ਕੱਛਾਂ 'ਚ ਦਿੱਤੇ ਹੱਥ ਦਿੱਤੇ ਹੋਣਗੇ, ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣਗੇ, ਵਿੱਚ ਨੌਜਵਾਨ ਵਿੱਚ ਬਜ਼ੁਰਗ। ਔਰ ਜਿਹੜੇ ਆਪਣੇ ਆਪ ਨੂੰ ਬਜ਼ੁਰਗ ਹੈਂਡੀਕੈਪ ਮੰਨਦੇ ਨੇ, ਭਾਵੇਂ ਉਹ ਹੈਂਡੀਕੈਪ ਨਹੀਂ ਨੇ, ਸਰੀਰ ਸਹੀ ਸਲਾਮਤ ਹੈ, ਮੂੰਹ ਉਹਨਾਂ ਦੇ ਕਾਲੇ ਕੀਤੇ ਹੋਣਗੇ, ਉੱਪਰਲਾ ਸਿਰ ਵੀ ਅਤੇ ਦਾੜੇ ਮੁੱਛਾਂ ਵੀ। ਮਤਲਬ ਜਦ ਅਸੀਂ ਆਪਣੇ ਆਪ ਨੂੰ ਬੁੱਢੇ ਮੰਨਿਆ ਹੀ ਨਹੀਂ, ਫਿਰ ਉੱਚਾ ਬਹਿਣ ਦਾ ਅਧਿਕਾਰ ਕੀ ਕੀਤਾ? ਬੁੱਢਿਆਂ ਵਾਸਤੇ ਬਜ਼ੁਰਗਾਂ ਲਈ ਹੈਂਡੀਕੈਪਾਂ ਲਈ ਉੱਚੀ ਜਗ੍ਹਾ ਲਾਈ ਹੈ, ਝਾਟਾ ਤਾਂ ਕਾਲਾ ਕੀਤਾ ਹੋਇਆ, ਮਾਫ ਕਰਨਾ। ਮਤਲਬ 80 ਸਾਲ ਦੇ ਬਜ਼ੁਰਗ ਨੇ ਵੀ ਨਹੀਂ ਮੰਨਿਆ ਵੀ ਮੈਂ ਬੁੱਢਾ ਹੋ ਗਿਆ। ਜਵਾਨਾਂ ਵਾਂਗੀ ਲੋਕੇਸ਼ਨ ਬਣਾਉਣ ਲਈ ਮੂੰਹ ਦੇ ਕਾਲਖ ਲਾਈ ਹੋਈ ਹੈ, ਤਾਂ ਫਿਰ ਉੱਪਰ ਬੈਠਣ ਦਾ ਅਧਿਕਾਰ ਤਾਂ ਕੋਈ ਨਹੀਂ। ਜਾਂ ਤਾਂ ਮੰਨ ਲਈਏ ਵੀ ਆਪਾਂ ਬੁੱਢੇ ਹੋ ਗਏ ਹਾਂ। ਤਾਂ ਇੰਝ ਲੋਕ ਗੁਰੂ ਘਰ ਆ ਕੇ ਵੀ ਗੋਡੇ 'ਤੇ ਲੱਤ ਰੱਖ ਕੇ ਪੈਰ ਨੂੰ ਪਲੋਸਦੇ ਨੇ। ਇੰਝ ਵਿਵਰਜਿਤ ਹੈ। ਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਬਹੁਤ ਵੱਡਾ ਫਰਕ ਮਹਾਰਾਜ ਦੀ ਸਮਝ ਲਓ ਵੇਦ ਵੀ ਹੈ। ਅਦਬ ਦੇ ਨਾਲ, ਪੈ ਭਾਮਣੀ ਦੇ ਨਾਲ ਚੌਂਕੜਾ ਮਾਰ ਕੇ ਬੈਠਣ ਦੀ ਮਰਿਆਦਾ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਭਾਈ ਸਾਹਿਬ ਕਹਿੰਦੇ ਨੇ ਵੀ ਭਗਵਾਨ ਵੇਖੋ, ਖੁਦ ਭਗਵਾਨ ਸੀਗਾ ਅਤੇ ਗੋਡੇ 'ਤੇ ਪੈਰ ਰੱਖਣ ਦਾ ਉਹਨੂੰ ਕਿੱਡਾ ਵੱਡਾ ਅਫਸਾਨਾ ਭੋਗਣਾ ਪਿਆ। ਗੋਡੇ ਉੱਤੇ ਪੈਰ ਪਸਾਰੇ, ਗੋਡੇ 'ਤੇ ਪੈਰ ਰੱਖ ਕੇ ਉਹ ਸੌਂ ਗਿਆ। ਚਰਨ ਕਮਲ ਵਿੱਚ ਪਦਮ ਹੈ, ਉਹਦੇ ਚਰਨ ਕਮਲਾਂ ਦੇ ਵਿੱਚ ਪਦਮ ਦਾ ਨਿਸ਼ਾਨ ਸੀਗਾ। ਝਿਲ ਮਿਲ ਝਲਕੈ ਵਾਂਗੀ ਤਾਰੇ, ਜੋ ਤਾਰੇ ਵਾਂਗ ਝਿਲਮਿਲ ਕਰ ਰਿਹਾ ਸੀ। ਬਦ ਕੇ ਆਇਆ ਭਾਲਦਾ, ਇੱਕ ਸ਼ਿਕਾਰੀ ਸ਼ਿਕਾਰ ਨੂੰ ਲੱਭਦਾ ਆਣ ਪਹੁੰਚਿਆ ਉੱਥੇ। ਮਿਰਗੈ ਜਾਨ ਬਾਣ ਲੈ ਮਾਰੇ, ਉਹਨੂੰ ਹੁਣ ਕੀ ਪਤਾ ਸੀ, ਉਹਨੇ ਦੂਰੋਂ ਚਮਕਦਾ ਵੇਖਿਆ, ਉਹਨੇ ਸਮਝ ਲਿਆ ਕਿ ਹਰਨ ਦੀ ਅੱਖ ਹੈ ਉਹਦੇ ਵਿੱਚ। ਉਹਨੇ ਹਰਨ ਦੀ ਅੱਖ ਜਾਣ ਕੇ ਤੀਰ ਮਾਰ ਦਿੱਤਾ। ਦਰਸ਼ਨ ਡੇਠੋ ਸਜਾਈ ਕੈ, ਜਾ ਕੇ ਦਰਸ਼ਨ ਕੀ ਦੇਖਿਆ, ਕਰਨ ਪਲਾਵ ਕਰੇ ਪੁਕਾਰੇ। ਇਹ ਤਾਂ ਭਗਵਾਨ ਕ੍ਰਿਸ਼ਨ ਦੇ ਪੈਰ ਦਾ ਪਦਮ ਦਾ ਨਿਸ਼ਾਨ ਸੀ।
ਮੁੜ ਕੇ ਕੀਰ ਨੇ ਪਾਉਣ ਲੱਗ ਪਿਆ ਤਰਲੇ ਮਿੰਨਤਾਂ ਹਾੜੇ ਕੱਢਣ ਲੱਗ ਪਿਆ ਜੀ ਮੇਰੇ ਪਾਸੋਂ ਗਲਤੀ ਹੋ ਗਈ ਹੈ। ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਤਾਂ ਕ੍ਰਿਸ਼ਨ ਨੇ ਘੁੱਟ ਕੇ ਉਹਨੂੰ ਗਲ ਦੇ ਵਿੱਚ ਲੈ ਕੇ ਗਲਵਕੜੀ ਪਾ ਲਈ। ਅਵਗੁਣ ਕੀਤਾ ਹਰ ਨ ਚਿਤਾਰੇ, ਔਗਣ ਕੀਤੇ ਨੂੰ ਭਗਵਾਨ ਨੇ ਨਹੀਂ ਚਿਤਾਰਿਆ। ਕਰ ਕਿਰਪਾ ਸੰਤੋਖਿਆ, ਕਿਰਪਾ ਕਰਕੇ ਉਹਨੂੰ ਸੰਤੋਖ ਦਿੱਤਾ। ਪਤਿਤ ਉਦਾਰਨ ਬਿਰਧ ਵਿਚਾਰੇ, ਪਾਪੀਆਂ ਦਾ ਉਧਾਰ ਕਰਨ ਵਾਲਾ ਬਿਰਧ ਸੁਭਾਅ ਵਿਚਾਰ ਕੇ ਉਹਨੂੰ ਬਖਸ਼ ਦਿੱਤਾ। ਭਲੇ ਭਲੇ ਕਰ ਮੰਨਿਆ ਨਾ, ਚੰਗਿਆਂ ਨੂੰ ਤਾਂ ਚੰਗੇ ਕਰਕੇ ਮੰਨਣਾ ਹੀ ਚਾਹੀਦਾ ਹੈ। ਬੁਰਿਆਂ ਦੇ ਹਰ ਕਾਜ ਸਵਾਰੇ, ਦੇਖੋ ਬੁਰਿਆਂ ਦੇ ਵੀ ਭਗਵਾਨ ਨੇ ਕੰਮ ਸਵਾਰ ਦਿੱਤੇ, ਮਤਲਬ ਉਹਨੂੰ ਸੰਤ ਬਣਾ ਦਿੱਤਾ ਤੇ ਉਹਦੀ ਕਲਿਆਣ ਕਰ ਦਿੱਤੀ। ਪਾਪ ਕਰੇਂਦੇ ਪਤਿਤ ਉਦਾਰੇ, ਪਾਪ ਕਰਦਿਆਂ ਨੂੰ ਵੀ ਪਾਪੀਆਂ ਨੂੰ ਵੀ ਭਗਵਾਨ ਨੇ ਤਾਰ ਦਿੱਤਾ। ਤੇ ਜਿਹੜੇ ਚੰਗੇ ਭਲੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ ਕਿਉਂ ਨਹੀਂ ਭਲਾ ਤਰਨਗੇ, ਜ਼ਰੂਰ ਤਰਨਗੇ। ਇਸ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਬਾਲਮੀਕ ਸੁਭਚਾਰੋ ਤਰਿਓ, ਵਾਹਿਗੁਰੂ ਜੀ ਦਾ ਨਾਮ ਜਪ ਕੇ ਚੰਡਾਲ ਜਾਤ ਵਾਲਾ ਬਾਲਮੀਕ ਉਹ ਵੀ ਤਰ ਗਿਆ। ਬਦਕ ਤਰੇ ਵਿਚਾਰੇ, ਅਤੇ ਦੋ ਬਦਕ ਸ਼ਿਕਾਰੀ ਇਹ ਸਾਖੀ ਆਪ ਨੂੰ ਸਰਵਣ ਕਰਵਾਈ ਹੈ। ਇੱਕ ਆ ਕ੍ਰਿਸ਼ਨ ਭਗਵਾਨ ਜੀ ਦੇ ਤੀਰ ਮਾਰਨ ਵਾਲਾ ਅਤੇ ਦੂਜਾ ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲਾ ਲੋਧੀ ਨਾਮ ਦਾ ਸ਼ਿਕਾਰੀ। ਇਹ ਵਿਚਾਰੇ ਬਿਨਾਂ ਚਾਰੇ ਤੋਂ, ਸੋ ਜਿਨ੍ਹਾਂ ਕੋਲ ਕੋਈ ਤਰਨ ਦਾ ਚਾਰਾ ਨਹੀਂ ਸੀ, ਇਹ ਪਾਪੀ ਬੰਦੇ ਸੀ, ਜੀਵ ਘਾਤ ਕਰਨ ਵਾਲੇ। ਇਹ ਵੀ ਵਿਚਾਰੇ ਸ਼ਿਕਾਰੀ ਤਰ ਗਏ ਜਾਂ ਵਿਚਾਰੇ ਸਾਰੇ ਗਰੀਬ ਤਰ ਗਏ। ਏਕ ਨਿਮਖਾ ਮਨ ਮਹੇ ਆਰਾਧਿਓ, ਜਦੋਂ ਇੱਕ ਛਿਨ ਮਾਤਰ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ, ਗਜਪਤ ਪਾਰ ਉਤਾਰੇ, ਤਦੋਂ ਐਰਾਵਤ ਹਾਥੀ ਨੂੰ ਪਾਰ ਉਤਾਰ ਦਿੱਤਾ, ਪਾਰ ਲੰਘਾ ਦਿੱਤਾ। ਹਾਥੀ ਤੇ ਤੰਦੂਆ ਦੋਨੋਂ ਹੀ ਪਾਰ ਉਤਾਰ ਦਿੱਤੇ ਸਨ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀਅਲੇ। ਕੀਨੀ ਰੱਖਿਆ ਭਗਤ ਪ੍ਰਹਲਾਦਾ, ਭਗਤ ਪ੍ਰਹਿਲਾਦ ਦੀ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਰੱਖਿਆ ਕੀਤੀ। ਹਰ ਨਾਖਸ ਨਖਹ ਬਿਦਾਰੇ, ਅਤੇ ਹਰਨਾਖਸ਼ ਦੈਂਤ ਨੂੰ ਨਰਸਿੰਘ ਦਾ ਰੂਪ ਧਾਰ ਕੇ ਨਹੁੰਆਂ ਦੇ ਨਾਲ ਪਾੜ ਕੇ ਬਿਦਾਰੇ ਨਾਸ਼ ਕਰ ਦਿੱਤਾ। ਬਿਦਰ ਦਾਸੀ ਸੁਤਾ ਭਇਓ ਪਨੀਤਾ, ਦਾਸੀ ਪੁੱਤਰ ਬਿਦਰ ਭਗਤ ਵੀ ਪਰਮੇਸ਼ਰ ਦਾ ਭਜਨ ਕਰਕੇ ਪਵਿੱਤਰ ਹੋ ਗਿਆ ਸੀ। ਸਗਲੇ ਕੁਲ ਉਜਾਰੇ, ਜੋ ਸਾਰੀਆਂ ਕੁਲਾਂ ਦੇ ਵਿੱਚ ਪ੍ਰਕਾਸ਼ ਵਾਲਾ ਹੋ ਗਿਆ ਸੀ। ਸਾਰੀਆਂ ਕੁਲਾਂ ਦੇ ਅੰਦਰ ਦਾਸੀ ਦਾ ਪੁੱਤਰ ਉਜਾਗਰ ਪ੍ਰਸਿੱਧ ਹੋ ਗਿਆ। ਕਵਨ ਪਰਾਧ ਬਤਾਵੋ ਆਪਣੇ, ਪਰਮੇਸ਼ਰ ਦੇ ਸਨਮੁਖ ਇੰਜ ਬੇਨਤੀ ਕਰੀਏ ਕਿ ਹੇ ਪਰਮੇਸ਼ਰ, ਮੈਂ ਆਪ ਦੇ ਕਿਹੜੇ ਕਿਹੜੇ ਅਪਰਾਧ ਗੁਨਾਹ ਤੁਹਾਨੂੰ ਦੱਸਣਾ ਕਰਾਂ। ਮੈਨੂੰ ਤਾਂ ਸੰਗਤ ਵਿੱਚ ਦੱਸਣ ਲੱਗਿਆਂ ਸ਼ਰਮ ਆਉਂਦੀ ਹੈ। ਮਿਥਿਆ ਮੋਹ ਮਗਨਾਰੇ, ਮੈਂ ਰਾਤ ਦਿਨ ਅਣਹੋਏ ਨਾਸ਼ਵੰਤ ਮਾਇਆ ਦੇ ਮੋਹ ਦੇ ਵਿੱਚ ਮਸਤ ਹੋਇਆ ਰਹਿੰਦਾ ਹਾਂ ਜੀ। ਆਇਓ ਸ਼ਾਮ ਨਾਨਕ ਓਟ ਹਰ ਕੀ, ਸਤਿਗੁਰੂ ਜੀ ਕਥਨ ਕਰਦੇ ਕਿ ਹੇ ਹਰ ਪਰਮੇਸ਼ਰ, ਮੈਂ ਸਰੀਰ ਕਰਕੇ ਆਪ ਜੀ ਦੀ ਸਾਮ ਸ਼ਰਨ ਵਿੱਚ ਆਇਆ ਹਾਂ ਅਤੇ ਮਨ ਕਰਕੇ ਵੀ
ਆਪ ਜੀ ਦੀ ਟੇਕ ਓਟ ਲਈ ਹੈ। ਲੀਜੈ ਭੁਜਾਂ ਬਸਾਰੇ। ਇਸ ਕਰਕੇ ਹੀ ਪਰਮੇਸ਼ਰ ਹੁਣ ਮੈਨੂੰ ਆਪਣੀ ਕਿਰਪਾ ਰੂਪੀ ਬਾਹਾਂ ਨੂੰ ਪਸਾਰ ਖਿਲਾਰ ਕੇ ਆਪਣੀ ਗਲਵਕੜੀ ਵਿੱਚ ਲੈ ਲੈਣਾ ਕਰੋ ਜੀ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ। ਵੇਤਨ ਵਿਤ ਭ੍ਰਮਿਓ ਬਹੁ ਭਾਂਤੀ। ਇਹ ਪਰਮੇਸ਼ਰ ਮੈਂ ਵਿੱਤ ਧਨ ਦੀ ਪ੍ਰਾਪਤੀ ਦੇ ਨਿਮਿਤ ਵਾਸਤੇ ਬਹੁਤ ਭਾਂਤੀ ਤਰ੍ਹਾਂ ਕਰਕੇ ਭਰਮਦਾ ਫਿਰਦਾ ਰਹਿੰਦਾ ਹਾਂ ਕਿ ਕਿਤੋਂ ਮੈਨੂੰ ਪੈਸਾ ਲੱਭ ਜਾਵੇ। ਅਨਕ ਯਤਨ ਕਰ ਤਾਏ। ਅਨੇਕਾਂ ਹੀ ਯਤਨੋਂ ਭਾਵ ਬਣਾ ਕੇ ਦਸੇ ਦਿਸ਼ਾਵਾਂ ਵਿੱਚ ਮਾਇਆ ਨੂੰ ਇਕੱਤਰ ਕਰਨ ਵਾਸਤੇ ਦੌੜਦਾ ਫਿਰਦਾ ਰਹਿੰਦਾ ਹਾਂ। 7 ਸਮੁੰਦਰਾਂ ਪਾਰ ਵੀ ਮੈਂ ਦੌੜ ਲਾ ਕੇ ਅਤੇ ਥੱਕ ਕੇ ਹੰਬ ਕੇ ਫਿਰ ਗੁਰਦੁਆਰੇ ਹੀ ਆਇਆ ਹਾਂ। ਇਹ ਮਹਾਰਾਜ ਦੇਸ ਛੋੜ ਪਰਦੇਸ ਹਟਾਇਆ। ਆਪ ਦਾ ਦੇਸ਼ ਛੱਡ ਕੇ ਪਹਿਲਾਂ ਮੈਂ ਪਰਦੇਸ ਨੂੰ ਦੌੜ ਗਿਆ ਸੀ ਅਤੇ ਉੱਥੋਂ ਭੜਕ ਭੁੜਕ ਕੇ ਭਰਮਦਾ ਫਿਰ ਮਹਾਰਾਜ ਤੇਰੇ ਦੁਆਰੇ 'ਤੇ ਹੀ ਆਣ ਡਿੱਗਾ ਹੈ। ਅਤੇ ਲੋਕ ਡਾਲਰ ਅਤੇ ਪੌਂਡ ਕਮਾਉਣ ਵਾਸਤੇ ਵੀ ਸ਼ਾਇਦ ਅਸੀਂ ਅਮੀਰ ਹੋ ਜਾਵਾਂਗੇ ਅਤੇ ਆਪ ਦੇ ਦੇਸ਼ ਨੂੰ ਛੱਡ ਕੇ ਬਾਹਰ ਜਾਂਦੇ ਨੇ। ਉੱਥੇ ਦੁਨੀਆ ਦਾ ਇੱਥੋਂ ਨਾਲੋਂ ਵੀ ਬੁਰਾ ਹਾਲ ਹੈ। ਰੋਣਾ ਧੋਣਾ ਹਰੇਕ ਜਗ੍ਹਾ 'ਤੇ ਬਣਿਆ ਰਹਿੰਦਾ ਹੈ। ਸੁੱਖ ਨਾ ਹੀ ਬਹੁਤ ਹੈ ਧਨ ਖਾਟੇ। ਧਨ ਦੀ ਖੱਟੀ ਕਮਾਈ ਵਿੱਚ ਸੁੱਖ ਨਹੀਂ ਹੈ। ਜਿੰਨੀ ਪੈਸੇ ਦੀ ਵੱਧ ਕੀਮਤ ਹੈ, ਜਿੱਥੇ ਵੈਲਿਊ ਜ਼ਿਆਦਾ ਹੈ ਧਨ ਪਦਾਰਥ, ਉਨੀ ਲੜਾਈ ਉੱਥੇ, ਕਲੇ ਕਲੇਸ਼ ਜ਼ਿਆਦਾ, ਝਗੜੇ ਜ਼ਿਆਦਾ ਹਨ। ਇਹ ਕਲਯੁੱਗ ਦਾ ਸਮਾਂ ਤਾਂ ਅਮਰੀਕਾ ਕੈਨੇਡਾ ਵਿੱਚ ਵੀ ਹੈ, ਜ਼ਰੂਰੀ ਨਹੀਂ ਵੀ ਇੰਡੀਆ ਦੇ ਵਿੱਚ ਹੀ ਹੈ। ਹਰੇਕ ਜਗ੍ਹਾ 'ਤੇ ਹੀ ਉਹਦਾ ਬੋਲਬਾਲਾ ਹੈ। ਇਹ ਕਲੇਸ਼ ਖਹਿੜਾ ਨਹੀਂ ਚੱਲਦਾ ਛੱਡਦਾ। ਈਰਖਾ ਤ੍ਰਿਸ਼ਨਾ ਬੰਦੇ ਦੇ ਨਾਲ ਔਗਣ ਚੱਲੇ ਜਾਂਦੇ ਨੇ। ਜਿੰਨਾ ਚਿਰ ਇਹ ਨਹੀਂ ਛੁੱਟਦੇ ਉਹਨਾਂ ਚਿਰ ਛੁਟਕਾਰਾ ਨਹੀਂ ਹੁੰਦਾ। ਛੁਟਕਾਰਾ ਭਾਵੇਂ ਇੱਥੇ ਸੰਗਤ ਕਰ ਲਈਏ ਅਤੇ ਭਾਵੇਂ ਬਾਹਰ ਜਾ ਕੇ ਕਰ ਲਈਏ, ਛੁਟਕਾਰਾ ਗੁਰੂ ਜੀ ਦੀ ਸ਼ਰਨ ਵਿੱਚ ਹੀ ਹੋਣਾ। ਬਾਣੀ ਪੜ੍ਹ ਕੇ ਨਿਤਨੇਮ ਕਰਕੇ ਨਾਮ ਜਪ ਕੇ ਸੁੱਖ ਕਿਤੇ ਵੀ ਨਹੀਂ ਹੈ। ਮਹਾਰਾਜ ਨੇ ਆਖਿਆ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ। ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਸੁੱਖ ਨਾਹੀਂ ਬਹੁ ਦੇਸ ਕਮਾਏ। ਸਰਬ ਸੁਖਾ ਹਰ ਹਰ ਗੁਣ ਗਾਏ। ਸੁਖਮਨੀ ਸਾਹਿਬ ਭਾਵੇਂ ਇੱਥੇ ਬਹਿ ਕੇ ਪੜ੍ਹ ਲਓ ਅਤੇ ਭਾਵੇਂ ਅਮਰੀਕਾ ਜਾ ਕੇ ਪੜ੍ਹ ਲਓ। ਸੁੱਖ ਤਾਂ ਸੁਖਮਨੀ ਸਾਹਿਬ ਨੇ ਦੇਣਾ, ਡਾਲਰਾਂ ਅਤੇ ਪੌਂਡਾਂ ਨੇ ਨਹੀਂ ਦੇਣਾ। ਜਿੰਨਾ ਵੱਧ ਕਮਾਈ ਹੈ ਉਨੇ ਵੱਧ ਖਰਚੇ ਨੇ। ਹਾਲ ਬੰਦੇ ਦਾ ਉਹੀ ਰਹਿਣਾ। ਰੋਣਾ ਧੋਣਾ ਖਹਿੜਾ ਨਹੀਂ ਛੱਡਦਾ। ਤਾਂ ਇਸ ਵਾਸਤੇ ਇਨਸਾਨ ਦੇ ਮਨ 'ਚ ਭੁਲੇਖਾ ਰਹਿੰਦਾ ਹੈ। ਤਾਂ ਆਪਾਂ ਤਾਂ ਦੌੜ ਦਾੜ ਕੇ ਥੱਕ ਕੇ ਹੰਬ ਕੇ ਇੱਥੇ ਬੈਠੇ ਹਾਂ। ਜੇ ਕਿਸੇ ਨੂੰ ਸ਼ੰਕਾ ਤਾਂ ਉਹ ਦੌੜ ਲਾ ਕੇ ਦੇਖ ਲੈ। ਅਤੇ ਇਨਸਾਨ ਸਾਰੀ ਉਮਰ ਦੌੜ ਭੱਜ ਦੇ ਵਿੱਚ ਭਟਕਣਾਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ। ਜੋ ਜੋ ਕਰਮ ਕੀਏ ਹਉ ਮੈਂ। ਜੋ ਵੀ ਕਰਮ ਕੀਤੇ ਨੇ ਉਹ ਸਭ ਮੈਂ ਹੰਗਤਾ ਵਿੱਚ ਕੀਤੇ ਨੇ ਕਿ ਮੈਂ ਕਰ ਰਿਹਾ ਹਾਂ। ਤੇ ਪਏ ਜਾਏ। ਉਹ ਕਰਮ ਸਾਰੇ ਵਿਅਰਥ ਹੀ ਹੋ ਗਏ ਹਨ। ਅਵਰ ਦੇਨਾ। ਇਹ ਪਰਮੇਸ਼ਰ ਤੇਰਾ ਨਾਮ ਜਪੇ ਤੋਂ ਬਿਨਾਂ ਹੋਰ ਜੋ ਦਿਨ ਹਨ ਕਾਹੂ ਕਾਜ ਨਾ ਲਾਏ। ਉਹ ਕਿਸੇ ਵੀ ਕੰਮ ਨਾ ਲਾਉਣਾ ਕਰੋ, ਭਾਵ ਉਹਨਾਂ ਦੀ ਗਿਣਤੀ ਨਾ ਕਰੋ। ਜਾਂ ਜੋ ਅਵਰ ਦਿਨ ਮੈਂ ਪਰਉਪਕਾਰ ਦੇ ਕਿਸੇ ਕੰਮ 'ਚ ਨਹੀਂ ਲਾਏ ਉਹ ਵਿਅਰਥ ਹੀ ਗਵਾਏ, ਉਹਨਾਂ ਵਿੱਚ ਗਿਣੋ। ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਆਪਣੀ ਮੌਜ ਦੇ ਮਾਲਕ ਕਿਸੇ ਨਗਰ ਤੋਂ ਬਾਹਰ ਮੜੀਆਂ ਕਬਰਾਂ 'ਚ ਜਾ ਕੇ ਬੈਠ ਗਏ। ਹਰੇਕ ਦੀ ਕਬਰ 'ਤੇ 2 ਸਾਲ 3 ਸਾਲ 1 ਸਾਲ 6 ਮਹੀਨੇ 5 ਸਾਲ ਉਮਰ ਲਿਖੀ ਹੋਈ ਸੀ। ਮਰਦਾਨਾ ਜੀ ਨੇ ਆਵਾਜ਼ ਕੀਤਾ। ਲੋਕ ਪਿੰਡ 'ਚੋਂ ਆਉਂਦੇ ਜਾਂਦੇ ਦੇਖੇ। ਕਹਿਣ ਲੱਗਾ ਮਹਾਰਾਜ ਵੇਖਣ ਨੂੰ ਤਾਂ ਬੜੇ ਬਜ਼ੁਰਗ ਜਾਪਦੇ ਨੇ,
ਪਰ ਇਹਨਾਂ ਦੀਆਂ ਕਬਰਾਂ ਦੀ ਉਮਰਾਂ ਬੜੀਆਂ ਥੋੜ੍ਹੀਆਂ ਲਿਖੀਆਂ ਹੋਈਆਂ। ਮਹਾਰਾਜ ਕਹਿੰਦੇ ਵੀ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਆ। ਉਹਨਾਂ ਨੂੰ ਪੁੱਛਿਆ ਵੀ ਹਾਂ ਭਾਈ ਇਹ ਕੀ ਕਾਰਨ ਹੈ। ਉਹ ਕਹਿਣ ਲੱਗੇ ਜੀ ਸਾਰਾ ਪਿੰਡ ਸਤਸੰਗੀ ਹੈ, ਆਪ ਜੀ ਦੀ ਕਿਰਪਾ ਨਾਲ ਸਾਰੇ ਡੇਲੀ ਸਤਸੰਗ ਕਰਦੇ ਨੇ, ਜਿੰਨਾ ਹੋ ਸਕਦਾ ਨਾਮ ਜਪਦੇ ਨੇ ਸੰਗਤ ਵਿੱਚ ਬੈਠ ਕੇ, ਅਤੇ ਜਿੰਨਾ ਟਾਈਮ ਉਹ ਸੰਗਤ ਕਰਦੇ ਨੇ ਹਰੇਕ ਆਪਣੀ ਡਾਇਰੀ 'ਤੇ ਜਾ ਕੇ ਉਹਨਾਂ ਟਾਈਮ ਲਿਖ ਲੈਂਦਾ ਕਿ ਅੱਜ ਮੈਂ 15 ਮਿੰਟ ਸੰਗਤ ਕੀਤੀ, ਅੱਜ ਮੈਂ ਅੱਧਾ ਘੰਟਾ ਕੀਤੀ। ਜਦੋਂ ਉਹ ਮਰਦਾ ਹੈ ਅਤੇ ਉਹਦਾ ਸਾਰਾ ਸਮਾਂ ਸੰਗਤ ਕਰਨ ਵਾਲਾ ਕਾਊਂਟ ਕਰਕੇ ਉਹਦੀ ਕਬਰ 'ਤੇ ਲਿਖ ਦਿੱਤਾ ਜਾਂਦਾ, ਉਹਦੀ ਮੜੀ 'ਤੇ ਲਿਖ ਦਿੱਤਾ ਜਾਂਦਾ ਕਿ ਇਸ ਬੰਦੇ ਨੇ ਇੰਨੀ ਜ਼ਿੰਦਗੀ ਜੀਈ ਹੈ ਅਤੇ ਬਾਕੀ ਸਭ ਵਿਅਰਥ ਫਜ਼ੂਲ ਚਲੀ ਗਈ। ਉਮਰ ਉਹ ਵਿੱਚ ਲਿਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ। ਭਾਈ ਨੰਦ ਲਾਲ ਦੀ ਗਜ਼ਲ ਦਾ ਤਰਜਮਾ ਹੈ ਕਿ ਉਮਰ ਦੀ ਉਹੀ ਘੜੀ ਲੇਖੇ ਵਿੱਚ ਹੈ ਜੋ ਸਾਈਂ ਮਾਲਕ ਦੀ ਯਾਦ ਵਿੱਚ ਗੁਜ਼ਰ ਜਾਂਦੀ ਹੈ, ਬਾਕੀ ਤਾਂ ਸਮਝ ਲਓ ਵਿਅਰਥ ਚਲੀ ਗਈ। ਆਸਾ ਮਹੱਲਾ ਪੰਜਵਾ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੇ ਨਾ ਕਾ, ਮਿਲ ਸਾਧ ਸੰਗਤ ਭਜ ਕੇ ਬੋਲਣਾ। ਅਬਰ ਦਿਨ ਕਾਹੂ ਕਾਜ ਨਾ ਲਾਏ, ਬਾਕੀ ਹੋਰ ਦਿਨ ਸਮਝ ਲਓ ਕਿਸੇ ਕੰਮ ਨਹੀਂ ਲਾਏ, ਕਿਉਂਕਿ ਅਸਲੀ ਨਾਮ ਜਪਣ ਵਾਲਾ ਸੰਗਤ ਕਰਨ ਵਾਲਾ ਕੰਮ ਤਾਂ ਕੀਤਾ ਹੀ ਨਹੀਂ। ਸੋ ਦਿਨ ਮੋਕਾਓ ਦੀਜੈ ਪ੍ਰਭ ਜੀਓ। ਇਹ ਪਰਮੇਸ਼ਰ ਜੀਓ ਉਹ ਦਿਨ ਮੈਨੂੰ ਕਿਰਪਾ ਕਰਕੇ ਦੇਣਾ ਕਰੋ। ਜਾ ਦਿਨ ਆਏ ਹਰ ਜਸ ਗਾਏ, ਜਿਸ ਦਿਨ ਹੇ ਵਾਹਿਗੁਰੂ ਮੈਂ ਆਪ ਜੀ ਦਾ ਕੀਰਤਨ ਗਾਵਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ। ਇਹ ਵਾਹਿਗੁਰੂ ਪੁੱਤਰ ਇਸਤਰੀ ਅਤੇ ਘਰ ਦੇ ਪਦਾਰਥ ਦਾ ਖਲਾਰਾ ਵੇਖ ਕੇ ਮੈਂ ਇਸ ਹੀ ਮਹਿ ਉਰਜਾਏ। ਇਹਦੇ ਵਿੱਚ ਹੀ ਉਲਝਿਆ ਫਸਿਆ ਪਿਆ ਹਾਂ ਮੱਕੜੀ ਦੇ ਜਾਲੇ ਵਾਂਗ। ਮਾਇਆ ਮਦ ਚਾਖ ਭਈ ਉਦਮਾਤੇ। ਹੇ ਪਰਮੇਸ਼ਰ ਮੈਂ ਮਾਇਆ ਰੂਪ ਸ਼ਰਾਬ ਨੂੰ ਪੀ ਕੇ ਚੱਖ ਕੇ ਜਾਂ ਬਹੁਤੀ ਮਾਇਆ ਦੇ ਹੰਕਾਰ ਰੂਪ ਨਸ਼ੇ ਨੂੰ ਚੱਖ ਕੇ ਮਸਤ ਹੋ ਗਿਆ ਹਾਂ। ਉਦਮਾਤੇ ਨਾਮ ਮੈਂ ਬੌਰਾ ਹੋ ਗਿਆ, ਪਾਗਲ ਹੋ ਰਹੀ ਹਾਂ, ਜਾਂ ਉਦਮਾਤੇ ਮਾਤੇ ਹੰਕਾਰ 'ਚ ਉਹਦੇ ਪੈਦਾ ਹੋ ਰਿਹਾ ਹਾਂ। ਹਰ ਹਰ ਕਬਹੁ ਨਾ ਗਾਏ। ਇਸੇ ਕਰਕੇ ਹੀ ਹਰੀ ਹਰ ਪਰਮੇਸ਼ਰ ਮੈਂ ਕਦੇ ਵੀ ਆਪ ਜੀ ਦੇ ਜਸ ਨੂੰ ਗਾਉਣਾ ਨਹੀਂ ਕੀਤਾ। ਇਹ ਬਿਦਾ ਖੋਜੀ ਬਹੁ ਪ੍ਰਕਾਰਾ। ਇਹ ਪਰਮੇਸ਼ਰ ਬਹੁਤ ਸ਼ਾਸਤਰਾਂ ਪੁਸਤਕਾਂ ਅਤੇ ਬਹੁਤ ਤਰ੍ਹਾਂ ਕਰਕੇ ਸੰਸਾਰ ਸਮੁੰਦਰ ਤੋਂ ਉਬਾਰਨ ਦੀ ਵਿਧੀ ਮੈਂ ਖੋਜਣਾ ਕੀਤੀ ਹੈ। ਬਿਨ ਸੰਤਨ ਨਹੀਂ ਪਾਏ। ਇਹ ਸੰਤ ਜਨਾਂ ਦੀ ਸੰਗਤ ਤੋਂ ਬਿਨਾਂ ਆਪ ਜੀ ਦੇ ਦਰਸ਼ਨ ਨਹੀਂ ਪਾਏ ਜਾ ਸਕਦੇ, ਜਾਂ ਕਿਸੇ ਤੋਂ ਵੀ ਆਪ ਜੀ ਦੀ ਪ੍ਰੇਮਾ ਭਗਤੀ ਨੂੰ ਨਹੀਂ ਪਾਇਆ ਜਾ ਸਕਦਾ। ਤੁਮ ਦਾਤਾਰ ਵੱਡੇ ਪ੍ਰਭ ਸਮਰੱਥ। ਇਹ ਪਰਮੇਸ਼ਰ ਤੁਸੀਂ ਪਿੱਛੇ ਸਤਿਯੁਗ ਤ੍ਰੇਤਾ ਦੁਆਪਰ ਅਤੇ ਕਲਯੁਗ ਦੇ ਵਿੱਚ ਦਾਨ ਦੇਣ ਵਾਲੇ ਵੱਡੇ ਦਾਤਾਰ ਹੋ, ਅਤੇ ਹੁਣ ਤਮਾਮ ਸਮੇਂ ਵਿੱਚ ਵੀ ਸਮਰੱਥ ਸਰਬ ਸ਼ਕਤੀਵਾਨ ਹੋ ਜੀ। ਮੰਗਨ ਕਉ ਦਾਨ ਆਏ। ਇਸ ਕਰਕੇ ਅਸੀਂ ਤੁਹਾਡੇ ਕੋਲ ਨਾਮਦਾਨ ਮੰਗਣ ਵਾਸਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਤਿਆਗਿਓ ਸਗਲਾ ਮਾਨ ਮਹੱਤਾ। ਇਹ ਪਰਮੇਸ਼ਰ ਅਸਾਂ ਨੇ ਸਾਰੇ ਮਾਣ ਸਤਿਕਾਰ ਅਤੇ ਮਹੱਤਾ ਮਰਾਤਬੇ ਛੱਡ ਦਿੱਤੇ ਹਨ। ਦਾਸ ਰੇਣ ਸਰਣਾਏ। ਅਤੇ ਜੋ ਮਨ ਬਾਣੀ ਸਰੀਰ ਕਰਕੇ ਤੇਰੇ ਦਾਸ ਸੇਵਕ ਨੇ
ਉਹਨਾਂ ਦੀ ਚਰਨ ਧੂੜ ਬਣ ਕੇ ਤੇਰੀ ਓਟ ਵਿੱਚ ਆਏ ਹਾਂ ਜੀ। ਕਾਹੋ ਨਾਨਕ ਹਰ ਮਿਲ ਭਈ ਕੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਹ ਪਰਮੇਸ਼ਰ ਤੇਰੇ ਨਾਲ ਮਿਲ ਕੇ ਇੱਕੋ ਰੂਪੀ ਹੋਏ ਹਾਂ। ਮਹਾ ਆਨੰਦ ਸੁਖ ਪਾਏ। ਇਸ ਪ੍ਰਕਾਰ ਹੈ ਮਹਾ ਵੱਡੇ ਆਨੰਦ ਬ੍ਰਹਮਾਨੰਦ ਸਰੂਪ ਪਰਮੇਸ਼ਰ ਤੇਰੇ ਆਨੰਦ ਨੂੰ ਪਾਉਣਾ ਕੀਤਾ ਹੈ, ਜਾਂ ਬ੍ਰਹਮਾਨੰਦ ਰੂਪ ਸੁੱਖ ਨੂੰ ਪਾਉਣਾ ਕੀਤਾ ਹੈ, ਜਾਂ ਭਗਤੀ ਰੂਪ ਸੁੱਖ ਨੂੰ ਪਾ ਕੇ ਬ੍ਰਹਮਾਨੰਦ ਰੂਪ ਆਨੰਦ ਦੇ ਸਹਿਤ ਹੋਏ ਹਾਂ ਜੀ। ਮਾਰੂ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਸ਼ਬਦ ਉਚਾਰ ਰਹੇ ਹਨ। ਕਵਨ ਥਾਨ ਧੀਰਿਓ ਹੈ ਨਾਮਾ। ਇਹ ਪਾਵਨ ਸ਼ਬਦ ਸਤਿਗੁਰੂ ਜੀ ਨੇ ਉਸ ਵਕਤ ਉਚਾਰਿਆ ਜਦ ਸਤਿਗੁਰੂ ਜੀ ਅੰਮ੍ਰਿਤ ਸਰੋਵਰ ਦੇ ਪੱਕੇ ਪੌੜ ਬਣਾਉਣ ਦੀ ਸੇਵਾ ਕਰ ਰਹੇ ਸਨ। ਤਦ ਸੇਵਾ ਵਿੱਚ ਦੂਰ ਦਰਾਡਿਓਂ ਸੰਗਤਾਂ ਆਉਂਦੀਆਂ ਸਨ। ਸੰਗਤਾਂ ਦੇ ਵਿੱਚ ਕੁਝ ਆਲਸੀ ਪੁਰਖ ਵੀ ਸਨ ਜੋ ਸੇਵਾ ਘੱਟ ਕਰਦੇ ਅਤੇ ਟਾਲ ਮਟੋਲ ਜ਼ਿਆਦਾ ਕਰਦੇ ਸਨ। ਜਿਹੜੇ ਟਾਲ ਮਟੋਲਾ ਕਰਨ ਵਾਲੇ ਸਨ ਉਹ ਦੂਸਰਿਆਂ ਨੂੰ ਸੇਵਾ ਕਰਨ ਲਈ ਮੱਲੋ ਮੱਲੀ ਨਾਲ ਲਾਉਂਦੇ ਸਨ। ਇਸੇ ਤਰ੍ਹਾਂ ਇੱਕ ਨਗਰ ਦੀ ਸੰਗਤ ਵਿੱਚੋਂ ਇੱਕ ਸੱਜਣ ਸੇਵਾ ਕਰਨ ਤੋਂ ਟਲਦਾ ਹੋਇਆ ਬਾਜ਼ਾਰ ਦੇ ਵਿੱਚ ਟਹਿਲਣ ਲਈ ਚਲਾ ਗਿਆ। ਜਦ ਉਹ ਸੱਜਣ ਵਾਪਸ ਆਇਆ ਤਾਂ ਉਹਨੂੰ ਇੱਕ ਸਿੱਖ ਤਾੜਨ ਲੱਗਿਆ ਕਿ ਤੂੰ ਸਾਰੇ ਨਗਰ ਦੀ ਬਦਨਾਮੀ ਕਰਵਾਏਂਗਾ ਜਿੱਥੋਂ ਤੂੰ ਆਇਆ। ਇਹ ਸੁਣ ਕੇ ਉਹ ਸੱਜਣ ਨੇ ਸਤਿਗੁਰਾਂ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਸਤਿਗੁਰੂ ਜੀ, ਇਹ ਸਿੱਖ ਨੇ ਮੇਰਾ ਨਾਮ ਲੈ ਕੇ ਮੈਨੂੰ ਗਾਲ ਕੱਢੀ ਹੈ। ਤਾਂ ਗੁਰੂ ਸਾਹਿਬ ਜੀ ਸੁਣ ਕੇ ਉਹਨੂੰ ਉਪਦੇਸ਼ ਦਿੰਦੇ ਨੇ, ਕਮਨ ਥਾਨ ਧੀਰਿਓ ਹੈ ਨਾਮਾ। ਹੇ ਭਾਈ, ਜਿਹੜਾ ਤੇਰਾ ਨਾਮ ਵਿਹਾਰਾਂ ਨੂੰ ਚਲਾਉਣ ਵਾਸਤੇ ਕਲਪਿਆ ਹੋਇਆ ਉਹ ਹੱਥਾਂ ਪੈਰਾਂ ਆਦਿਕ ਕਿਹੜੇ ਥਾਵਾਂ ਦੇ ਵਿੱਚ ਟਿਕਿਆ ਤੂੰ ਦੱਸ ਤਾਂ ਸਹੀ। ਲੋਕ ਗਾਲ ਸੁਣ ਕੇ ਦੂਜੇ ਨੂੰ ਮਾਰਨ ਲਈ ਤਿਆਰ ਹੋ ਜਾਂਦੇ ਨੇ ਵੀ ਮੈਂ ਤੇਰਾ ਸਿਰ ਹੀ ਲਾ ਦਿਆਂ, ਇੰਨਾ ਬੁਰਾ ਮਨਾਉਂਦੇ ਹਨ। ਕਵਨ ਬਸਤ ਅਹੰਕਾਰ। ਕਿ ਤੂੰ ਮੇਰਾ ਨਾਂ ਲੈ ਕੇ ਗਾਲ ਕੱਢੀ ਹੈ। ਮਹਾਰਾਜ ਕਹਿੰਦੇ ਦੱਸ ਕਿਹੜੀ ਵਸਤੂ ਦਾ ਤੂੰ ਹੰਕਾਰ ਕਰਦਾ। ਤੇਰਾ ਨਾਮ ਹੱਥਾਂ ਦਾ ਹੈ, ਬਾਹਾਂ ਦਾ ਹੈ, ਪੈਰਾਂ ਦਾ ਹੈ, ਮੂੰਹ ਦਾ ਹੈ, ਕਿੱਥੇ ਟਿਕਿਆ ਤੇਰਾ ਨਾਮ? ਉਹ ਜਿਹੜਾ ਹੰਕਾਰ ਹੈ ਨਾਮ ਦਾ ਕਿਹੜੀ ਥਾਂ ਵੱਸਦਾ ਇਹ ਤਾਂ ਦੱਸ। ਤੂੰ ਕਹਿੰਦਾ ਮੇਰੀ ਦੇਹ ਹੈ। ਕਵਨ ਚਿਹਨਾ ਸੁਨਿਓ ਪਰ ਛੋਹਿਓ। ਸੋ ਹੇ ਭਾਈ, ਮੁਖਾ ਤੇ ਸੁਨ ਕਰ ਗਾਰਾ। ਤੂੰ ਉਹਦੇ ਮੂੰਹ ਤੋਂ ਗਾਲ ਸੁਣ ਕੇ ਤੇਰੇ ਸਰੀਰ 'ਤੇ ਕਿਹੜਾ ਕਲੰਕ ਲੱਗ ਗਿਆ ਦੱਸ? ਕੋਈ ਤੇਰਾ ਕਿਸੇ ਨੇ ਲਾ ਲਿਆ ਹੈ? ਹੇ ਭਾਈ ਸੁਣਨਾ ਕਰ, ਜਿਸ ਕਰਕੇ ਤੂੰ ਉਹਦੇ ਉੱਤੇ ਗੁੱਸੇ ਹੋ ਰਿਹਾ। ਸੁਣ ਉੱਪਰ ਛੋਹਿਓ, ਸੁਣ ਕੇ ਗਾਲ ਤੂੰ ਉਹਦੇ 'ਤੇ ਗੁੱਸੇ ਹੋ ਰਿਹਾ, ਸ਼ੋਅ ਕਰ ਰਿਹਾ, ਕ੍ਰੋਧ ਕਰ ਰਿਹਾ, ਇੰਨਾ ਕ੍ਰੋਧ ਦੇ ਸਹਿਤ ਹੋ ਰਿਹਾ। ਕੀ ਤੇਰਾ ਗਵਾਚ ਗਿਆ ਦੱਸ? ਜਿਹਨੇ ਗਾਲ ਕੱਢੀ ਉਹਦਾ ਮੂੰਹ ਗੰਦਾ ਹੋਇਆ, ਉਹਦੇ ਮੂੰਹ ਦੇ ਵਿੱਚ ਉਹਦੇ 'ਚ ਹੀ ਵੜ ਗਈ ਅਤੇ ਤੂੰ ਕਿਉਂ ਗੁੱਸਾ ਪਿਆ ਕਰਦਾ ਹੈ? ਸੁਨ ਹੋ ਰੇ ਤੂੰ ਕੌਣ। ਇਹ ਭਾਈ ਸੁਣ, ਤੂੰ ਹੈ ਕੌਣ? ਕਹਾਂ ਤੇ ਆਇਓ। ਤੇ ਕਿੱਥੋਂ ਤੂੰ ਆਇਆ? ਭਾਵ ਜੀਵ ਅਨੰਤ ਜਨਮਾਂ ਚੋਂ ਭਰਮ ਦਾ ਆਇਆ ਹੈ। ਏਤੀ ਨਾ ਜਾਨੋ ਕਿ ਤੀਕ ਮੁੱਦਤਾ। ਇੰਨੀ ਗੱਲ ਵੀ ਨਹੀਂ ਜਾਣਦਾ ਕਿ ਕਿੰਨੀ ਕੁ ਮੇਰੀ ਉਮਰ ਦਾ ਮੁੱਦਤ ਅਰਸਾ ਸਮਾਂ ਹੈ। ਚਲਤੇ ਖਬਰ ਨ ਪਾਇਓ। ਦੁਨੀਆ ਤੋਂ ਪਰਲੋਕ ਨੂੰ ਚਲਦਿਆਂ ਕਿਸੇ ਨੇ ਵੀ ਖਬਰ ਗਿਆਤ ਨਹੀਂ ਪਾਈ ਹੈ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਸਹਿਨਸ਼ੀਲ ਪਵਨ ਅਰ ਪਾਣੀ। ਸਾਧ ਸੰਗਤ ਜੀਓ, ਜਦ ਗੁਰੂ ਸਾਹਿਬ ਨੇ ਇਸ ਤਰ੍ਹਾਂ ਉਹਨੂੰ ਉਪਦੇਸ਼ ਦਿੱਤਾ ਤਾਂ ਅੱਗੋਂ ਨੇ ਗਿਆ ਕਿ ਗੁੱਸੇ ਦੇ ਸਹਿਤ ਹੋਣਾ ਇਹ ਤਾਂ ਪੰਜ ਤੱਤਾਂ ਦਾ ਸੁਭਾਅ ਹੈ। ਇਹ ਗੱਲ ਸੁਣ ਕੇ
ਸਤਿਗੁਰਾਂ ਨੇ ਕਿਹਾ, ਹੇ ਭਾਈ ਤੂੰ ਕੀ ਗੁੱਸੇ ਵਾਲਾ ਸੁਭਾਅ ਹੀ ਧਾਰਿਆ? ਪੰਜਾਂ ਤੱਤਾਂ ਦੇ ਵਿੱਚ ਹੋਰ ਵੀ ਗੁਣ ਨੇ, ਸੁਣ। ਜਿਹੜੀ ਪਵਨ ਹਵਾ ਹੈ ਇਹਦੇ ਵਿੱਚ ਸਹਿਣ ਸਹਾਰ ਸਕਣ ਦਾ ਸੁਭਾਅ ਹੈ। ਭਾਵੇਂ ਕੋਈ ਹਵਾ 'ਚ ਤਲਵਾਰ ਮਾਰੇ ਤੇ ਹਵਾ ਉਹਨੂੰ ਕੁਛ ਵੀ ਨਹੀਂ ਆਖਦੀ। ਅਤੇ ਜਿਹੜਾ ਪਾਣੀ ਹੈ ਇਹਦਾ ਸੀਤਲ ਸੁਭਾਅ ਹੈ। ਬਸੁਧਾ ਖਿਮਾਨ ਪਰਾਤੇ। ਅਤੇ ਵਸੁਧਾ ਧਰਤੀ ਵਿੱਚ ਖਿਮਾ ਦਾ ਸੁਭਾਅ ਹੈ। ਆਕਾਸ਼ ਵਿੱਚ ਨਿਭ੍ਰਾਂਤੇ ਸੰਸੇ ਤੋਂ ਰਹਿਤ ਭਾਵ ਨਿਰਖੋਭਤਾ ਵਾਲਾ ਸੁਭਾਅ ਹੈ। ਜਾਂ ਆਕਾਸ਼ ਵਿੱਚ ਅਸੰਗਤਾ ਅਤੇ ਅਗਨੀ ਵਿੱਚ ਪ੍ਰਕਾਸ਼ਤਾ ਦਾ ਸੁਭਾਅ ਹੈ। ਇਹ ਗੱਲ ਭ੍ਰਾਂਤੀ ਰਹਿਤ ਹੈ, ਭਾਵ ਪਾਉਣ ਵਿੱਚ ਸਹਾਰਨ ਦਾ, ਪਾਣੀ ਵਿੱਚ ਸੀਲ ਨਰਮ ਸੁਭਾਅ, ਧਰਤੀ 'ਚ ਖੇਮਾ, ਅਗਨੀ 'ਚ ਪ੍ਰਕਾਸ਼ਤਾ ਦਾ, ਆਕਾਸ਼ ਵਿੱਚ ਨਿਰਖੋਭਤਾ ਦਾ ਸੁਭਾਅ ਹੈ। ਪੰਜ ਤਤ ਮਿਲ ਭਇਓ ਸੰਜੋਗਾ। ਇਹਨਾਂ ਪੰਜਾਂ ਤੱਤਾਂ ਨਾਲ ਮਿਲ ਕੇ ਸਰੀਰ ਦਾ ਸੰਯੋਗ ਹੋਇਆ ਹੈ। ਇਨ ਮਹਿ ਕਵਨ ਦੁਰਾਤੇ। ਇਹਨਾਂ ਗੱਲਾਂ ਵਿੱਚੋਂ ਕਿਹੜਾ ਲੁਕਾ ਛੁਪਾ ਹੈ? ਤੂੰ ਦੱਸ ਤਾਂ ਸਹੀ। ਇਹਨਾਂ 'ਚੋਂ ਦੱਸੋ ਕਿਹਦੇ ਵਿੱਚ ਦਵੈਤ ਹੈ? ਜਿਹੜੇ ਪੰਜਾਂ ਤੱਤਾਂ ਦੇ ਗੁਣ ਨੇ ਇਹ ਸਭ ਮਿਲਾਪ ਵਾਲੀਆਂ ਚੀਜ਼ਾਂ ਹਨ। ਜਿਨ ਰਚ ਰਚਿਆ ਪੁਰਖ ਵਿਧਾਤਾ। ਜਿਸ ਪੂਰਨ ਤੇ ਕਰਮਾਂ ਅਨੁਸਾਰ ਫਲ ਪ੍ਰਦਾਤੇ ਪਰਮੇਸ਼ਰ ਨੇ ਪੰਜ ਤੱਤਾਂ ਨੂੰ ਰਚ ਕੇ ਦੇਹ ਨੂੰ ਰਚਿਆ ਬਣਾਉਣਾ ਕੀਤਾ ਹੈ। ਨਾਲੇ ਹਉਮੈ ਪਾਈ। ਅਤੇ ਉਹਨੇ ਨਾਲ ਹੀ ਹੰਗਤਾ ਵੀ ਪਾ ਦਿੱਤੀ ਹੈ। ਜਨਮ ਮਰਨ ਉਸ ਹੀ ਕਉ ਹੈ ਰੇ। ਇਹ ਭਾਈ ਉਹ ਸੰਗਤਾ ਵਾਲੇ ਜੀਵ ਨੂੰ ਹੀ ਜੰਮਣਾ ਤੇ ਮਰਨਾ ਹੈ। ਉਹ ਆਵੈ ਜਾਈ। ਉਹ ਆਵੈ ਜਾਈ ਉਹੀ 84 ਲੱਖ ਜੂਨਾਂ ਜਨਮ ਧਾਰ ਕੇ ਆਉਂਦਾ ਤੇ ਮਰ ਕੇ ਪਰਲੋਕ ਨੂੰ ਜਾਂਦਾ ਹੈ। ਪਾਰਨ ਚਿਹਨ ਨਾਹੀ ਕਿਛ ਰਚਨਾ। ਉਸ ਪਰਮੇਸ਼ਰ 'ਚ ਖੱਤਰੀ ਬ੍ਰਾਹਮਣ ਸੂਦ ਵੈ ਸਾਧਕ ਕੋਈ ਵਰਨ ਨਹੀਂ ਹੈ। ਜਾਂ ਕਾਲਾ ਪੀਲਾ ਆਦਿਕ ਵਰਨ ਨਾਮ ਹੈ, ਕੋਈ ਰੰਗ ਨਹੀਂ ਹੈ। ਅਤੇ ਚਿਹਨ ਰੁਦਰਾਖੀ ਮਾਲਾ ਭ੍ਰਿਗੂ ਆਦਿਕ ਚਿੰਨ੍ਹ ਵੀ ਨਹੀਂ ਹੈ। ਜਿਵੇਂ ਭ੍ਰਿਗੂ ਰਿਸ਼ੀ ਨੇ ਭਗਵਾਨ ਵਿਸ਼ਨੂੰ ਦੀ ਵੱਖੀ 'ਚ ਲੱਤ ਮਾਰੀ ਅਤੇ ਉਹਦੇ ਪੈਰ ਦਾ ਨਿਸ਼ਾਨ ਉਹਦੀ ਵੱਖੀ 'ਚ ਹੀ ਛਪ ਗਿਆ। ਇਸ ਤਰ੍ਹਾਂ ਦਾ ਕੋਈ ਚਿੰਨ੍ਹ ਨਹੀਂ ਹੈ। ਅਤੇ ਨਾ ਹੀ ਕਿਛ ਰਚਨਾ, ਚਾਰ ਖਾਣੀਆਂ ਦੀ ਰਚਨਾ ਆਦਿਕ ਕੁਝ ਵੀ ਨਹੀਂ ਹੈ। ਨਾ ਉਹ ਵਾਹਿਗੁਰੂ ਅੰਡਜ ਖਾਣੀ 'ਚੋਂ ਹੈ, ਕੋਈ ਆਂਡੇ 'ਚੋਂ ਨਹੀਂ ਨਿਕਲਿਆ। ਨਾ ਉਹ ਜੀਰਜ ਪਸ਼ੂ ਪੰਛੀ ਸਾਡੇ ਵਰਗਾ ਇਸ ਤਰ੍ਹਾਂ ਦੀ ਖਾਣੀ 'ਚੋਂ ਹੈ। ਨਾ ਕੋਈ ਸੇਤਜ ਮੁੜਕੇ ਵਾਲੀ ਖਾਣੀ, ਅਤੇ ਨਾ ਕੋਈ ਉਤਪੁਜ ਧਰਤੀ ਨੂੰ ਪਾੜ ਕੇ ਉੱਪਰ ਨੂੰ ਜਿਹਦੀਆਂ ਬਾਹਾਂ ਹੋਣ, ਯਾਨੀ ਦਰਖਤ ਟਾਹਣੀ ਉਹਦੇ ਬਾਹਾਂ ਹੀ ਨੇ ਅਤੇ ਸਿਰ ਦੀ ਤਰ੍ਹਾਂ ਮੁੱਢ ਥੱਲੇ ਹੈ। ਉਤਪੁਜ ਉੱਪਰ ਨੂੰ ਬਾਹਾਂ ਵਾਲੀ ਬਨਸਪਤੀ ਇਸ ਤਰ੍ਹਾਂ ਦੀ ਖਾਣੀ 'ਚੋਂ ਵੀ ਨਹੀਂ ਹੈ। ਇਸ ਤਰ੍ਹਾਂ ਵਾਹਿਗੁਰੂ ਜੋ ਹੈ ਮਿਥਿਆ ਸਗਲ ਪਸਾਰਾ। ਸੋ ਜਿਸ ਵਿੱਚ ਦਿਸਣ ਵਾਲੀ ਸਾਰੇ ਸੰਸਾਰ ਦਾ ਪਸਾਰਾ ਮਿਥਿਆ ਰੂਪ ਭਾਵ ਕਲਪਤ ਰੂਪ ਹੈ। ਭਣਤ ਨਾਨਕ ਜਬ ਖੇਲ ਉਜਾਰੈ। ਸਤਿਗੁਰੂ ਜੀ ਉਚਾਰਨ ਕਰਦੇ ਨੇ ਕਿ ਜਦ ਪਰਮੇਸ਼ਰ ਪੰਚਾਂ ਦੰਤਾਂ ਦੀ ਖੇਡ ਨੂੰ ਉਜਾੜ ਦੇਵੇਗਾ ਤਬ ਏਕ ਏਕੰਕਾਰ। ਤਦੋਂ ਕੇਵਲ ਇੱਕ ਪਰਮੇਸ਼ਰ ਆਪ ਹੀ ਹੁੰਦਾ ਹੈ। ਭਾਵ ਹੁਣ ਵੀ ਇੱਕੋ ਪਰਮੇਸ਼ਰ ਹੀ ਸਾਰੇ ਵਿਆਪਕ, ਪਰ ਭਰਮ ਕਰਕੇ ਸੰਸਾਰ ਦਾ ਵਰਤਾਰਾ ਸੱਚ ਪ੍ਰਤੀਤ ਹੋ ਰਿਹਾ ਹੈ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮਾਨ ਮੋਹ ਅਰ ਲੋਭ ਵਿਕਾਰਾ। ਜੋ ਪਰਮੇਸ਼ਰ ਦਾ ਦਾਸ ਹੈ ਉਹ ਲੋਕਾਂ ਵੱਲੋਂ ਕੀਤਾ ਆਦਰ ਮਾਣ ਸਤਿਕਾਰ, ਸਰੀਰਾਂ ਪਦਾਰਥਾਂ ਸੰਬੰਧੀਆਂ ਦਾ ਮੋਹ, ਧਨ ਇਕੱਤਰ ਕਰਨ ਦਾ ਲੋਭ ਲਾਲਚ ਅਤੇ ਅਰ ਵਿਕਾਰਾ
ਕਾਮ ਆਦਿਕ ਜਿਹੜੇ ਵਿਕਾਰ ਹਨ। ਬੀਓ ਚੀਤ ਨਾ ਘਾਲਿਓ, ਉਹਨਾਂ ਵੀ ਉਹ ਦੂਜਾ ਸੁਭਾਅ ਦਵੈਤ ਭਾਵ ਚਿੱਤ ਵਿੱਚ ਉਹਨਾਂ ਨਹੀਂ ਪਾਉਣਾ ਕੀਤਾ, ਧਾਰਨ ਨਹੀਂ ਕੀਤਾ। ਨਾਮ ਰਤਨ ਗੁਣ ਹਰ ਬਣ ਜੇ, ਸਗੋਂ ਸੇਵਕ ਜਨ ਦਾ ਹਰੀ ਪਰਮੇਸ਼ਰ ਦੇ ਨਾਮ ਰੂਪ ਰਤਨ ਤੇ ਹਰੀ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਗੁਰਾਂ ਦੇ ਪਾਸੋਂ ਖਰੀਦਦੇ ਹਨ। ਲਾਦ ਵਖਰ ਲੈ ਚਾਲਿਓ, ਅਤੇ ਨਾਮ ਰੂਪ ਵੱਖਰ ਲਾਭਦਾਇਕ ਸੌਦੇ ਨੂੰ ਅੰਤਕਰਨ ਰੂਪ ਗੱਡੇ 'ਤੇ ਲੱਦ ਕੇ ਪਰਲੋਕ ਨੂੰ ਲੈ ਕੇ ਚੱਲਦੇ ਹਨ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਾਚ ਵਖਰ ਕੀ ਬਿਰਲੇ ਵਾਪਾਰੀ, ਸੋ ਵਖਰ ਨਾਮ ਲਦ ਖੇਪ ਚਲਾਵੋ। ਇਉਂ ਮਹਾਰਾਜ ਨੇ ਆਖਿਆ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵਹਿ ਖੇਪ ਤੁਮਾਰੀ। ਕਿਨਹੀ ਬਣਜਿਆ ਕਾਂਸੀ ਤਾਂਬ, ਕਿਨਹੀ ਲੋਕ ਸੁਪਾਰੀ। ਸੰਤੋ ਬਣਜਿਆ ਨਾਮ ਗੋविंद ਕਾ, ਐਸੀ ਖੇਪ ਹਮਾਰੀ। ਹਰ ਕੇ ਨਾਮ ਕੀ व्यापारी, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸੇਵਕ ਕੀ ਓੜਕ ਨਿਭਹੀ ਪ੍ਰੀਤਾ, ਉਸ ਸੇਵਕ ਦੀ ਦਾਸ ਦੀ ਅੰਤ ਤੱਕ ਪਰਮੇਸ਼ਰ ਨਾਲ ਸਿਰ ਤੋੜ ਪ੍ਰੀਤੀ ਨਿਭਦੀ ਹੈ। ਜੀਵਤਾ ਸਾਹਿਬ ਸੇਵਿਓ ਆਪਣਾ, ਉਸ ਸੇਵਕ ਨੇ ਸੰਸਾਰ ਵਿੱਚ ਜਿਉਂਦਿਆਂ ਹੀ ਮਾਲਕ ਆਪਣੇ ਪਰਮੇਸ਼ਰ ਨੂੰ ਆਪਣਾ ਜਾਣ ਕੇ ਸੇਵਨਾ ਕੀਤਾ ਹੈ। ਚਲ ਤੇ ਰਾਖਿਓ ਚੀਤਾ, ਅਤੇ ਅੰਤ ਪਰਲੋਕ ਨੂੰ ਚੱਲਦੇ ਸਮੇਂ ਵੀ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਿਆ ਹੈ। ਜਿੰਨੇ ਮਹਾਂਪੁਰਖ ਹੋਏ ਨੇ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਬਾਬਾ ਕਰਤਾਰ ਸਿੰਘ ਜੀ, ਬਾਬਾ ਜਰਨੈਲ ਸਿੰਘ ਜੀ, ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ, ਭਾਈ ਗੁਰਮੁਖ ਸਿੰਘ ਉੜੀਸਾ, ਅਨੇਕਾਂ ਹੀ ਗੁਰਮੁਖ ਪਿਆਰੇ ਸੰਤ ਮਹਾਤਮਾ ਭਗਤ ਜਨ, ਗੁਰੂਆਂ ਪੀਰਾਂ ਦੀ ਸੰਗਤ ਕਰਨ ਵਾਲੇ, ਗੁਰਸਿੱਖ ਬ੍ਰਹਮ ਗਿਆਨੀ, ਰੱਬ ਦੇ ਪਿਆਰ ਵਾਲੇ, ਸੋ ਜਿਉਂਦੇ ਜੀ ਪਰਉਪਕਾਰ ਕਰਦੇ ਰਹੇ। ਪਰਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਛ। ਆਪ ਨਾਮ ਜਪਦੇ ਰਹੇ, ਦੂਸਰਿਆਂ ਨੂੰ ਜਪਣ ਦੀ ਪ੍ਰੇਰਨਾ ਦਿੰਦੇ ਰਹੇ। ਆਪ ਜਪੋ ਅਬ ਰਹਿ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਇਸ ਰਹਿਤ ਵਿੱਚ ਰਹਿੰਦੇ ਰਹੇ ਤੋ ਚੱਲਦੇ ਸਮੇਂ ਵੀ ਵਾਹਿਗੁਰੂ ਨੂੰ ਯਾਦ ਰੱਖਦੇ ਨੇ ਗੁਰਮੁਖ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜੈਸੀ ਆਗਿਆ ਕੀਨੀ ਠਾਕੁਰ, ਜਿਹੋ ਜਿਹੀ ਮਾਲਕ ਪਰਮੇਸ਼ਰ ਨੇ ਜਾਂ ਗੁਰਾਂ ਨੇ ਆਗਿਆ ਕੀਤੀ ਹੈ, ਤਿਸ ਤੇ ਮੁਖ ਨਹੀਂ ਮੋਰਿਓ। ਸੇਵਕ ਜਨ ਨੇ ਉਸ ਆਗਿਆ ਤੋਂ ਮੂੰਹ ਨਹੀਂ ਮੋੜਿਆ, ਭਾਵ ਹਰ ਵਕਤ ਆਗਿਆ ਮੰਨਦਾ ਹੈ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰਾ, ਸੇਵਕ ਜਨ ਨੂੰ ਜੇ ਘਰ ਦੇ ਵਿੱਚ ਰੱਖਿਆ ਤਾਂ ਹੀ ਸਹਿਜ ਆਨੰਦ ਵਿੱਚ ਰਹਿੰਦਾ ਹੈ, ਤਾਂ ਵੀ ਸਹਿਜ ਆਨੰਦ ਵਿੱਚ ਰਹਿੰਦਾ। ਜੇਕਰ ਕਹਿਆ ਕਿ ਬਾਹਰ ਜਾ ਕੇ ਕੰਮ ਕਰੋ ਤਾਂ ਫਿਰ ਉਠ ਵਾਹੂ ਕਉ ਦੌਰਿਓ, ਤਾਂ ਉੱਠ ਕੇ ਉਸ ਕੰਮ ਕਰਨ ਨੂੰ ਹੀ ਦੌੜਦਾ ਹੈ। ਇਸੇ ਪ੍ਰਕਾਰ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਸੇਵਕ ਜਨ ਨੇ ਗੁਰਾਂ ਦੁਆਰਾ ਸਹਿਜ ਸਰੂਪ ਦੇ ਆਨੰਦ ਨੂੰ ਆਪਣੇ ਹਿਰਦੇ ਰੂਪ ਘਰ ਦੇ ਭੀਤਰ ਵਿੱਚ ਧਾਰਨ ਕਰਕੇ ਰੱਖਿਆ ਹੈ। ਉਠ ਵਾਹੂ ਕਉ ਦੌਰਿਓ, ਅਤੇ ਦੁਨੀਆ ਤੋਂ ਉੱਠ ਪਾਪ ਉਪਰਾਮ ਹੋ ਕੇ ਉਸੇ ਬ੍ਰਹਮਾਨੰਦ ਦੇ ਵਿੱਚ ਦੌੜ ਕੇ ਪਹੁੰਚ ਜਾਂਦਾ, ਆ ਸੱਚ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ। ਆਗਿਆ ਮਹਿ ਭੂਖਾ, ਜੇਕਰ ਸੇਵਕ ਜਨ ਨੂੰ ਗੁਰੂ ਜਾਂ ਪਰਮੇਸ਼ਰ ਦੀ ਆਗਿਆ ਦੇ ਵਿੱਚ ਭੁੱਖ
ਭਾਵ ਕਿਸੇ ਪ੍ਰਕਾਰ ਦੀ ਤਕਲੀਫ ਆ ਜਾਵੇ ਸੋਈ ਕਰ ਸੁਖਾ। ਤਾਂ ਉਸ ਨੂੰ ਸੁਖ ਕਰਕੇ ਉਹਨੇ ਮੰਨਿਆ ਹੈ। ਜਿਨ੍ਹਾਂ ਮਾਈਆਂ ਬੀਬੀਆਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਰਵਾਏ ਅਤੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਸਵਾ ਸਵਾ ਮਣ ਦੇ ਪੀਸਣੇ ਪੀਸੇ, ਬੰਦ ਬੰਦ ਕਟਾਏ, ਤਾਂ ਨਾਰੇ ਨਾਲ ਚਲਾਏ, ਰੰਬੀਆਂ ਨਾਲ ਖੋਪਰੀਆਂ ਨੂੰ ਹਾਈਆਂ ਅਤੇ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ। ਅਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਐਸੇ ਗੁਰਮੁਖਾਂ ਦੀ ਅਰਦਾਸ ਵਿੱਚ ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਸੋਗ ਹਰਖ ਨਹੀਂ ਜਾਣਿਓ। ਪਰ ਉਸ ਨੇ ਪਦਾਰਥਾਂ ਦੇ ਵਿਛੜਨ ਕਰਕੇ ਸੋ ਗਮੀ ਅਤੇ ਪਦਾਰਥਾਂ ਦੇ ਆਉਣ 'ਤੇ ਖੁਸ਼ੀ ਨਹੀਂ ਜਾਣੀ, ਸਦਾ ਇੱਕ ਰਾਸੀ ਰਹਿੰਦਾ ਹੈ। ਜੋ ਜੋ ਹੁਕਮ ਭਇਓ ਸਾਹਿਬ ਕਾ। ਮਾਲਕ ਪਰਮੇਸ਼ਰ ਦਾ ਜੋ ਜੋ ਵੀ ਹੁਕਮ ਸੇਵਕ ਨੂੰ ਹੋਇਆ ਹੈ ਸੋ ਮਾਤਾ ਲੈ ਮਾਨਿਓ। ਉਹ ਸੇਵਕ ਜਨ ਨੇ ਸੱਚਾ ਕਰਕੇ ਆਪਣੇ ਅੰਤःਕਰਨ ਵਿੱਚ ਸਿਰ ਵਿੱਚ ਲੈ ਕੇ ਮੱਥੇ ਮੰਨਣਾ ਕੀਤਾ ਹੈ। ਅੰਤःਕਰਨ ਦੇ ਵਿੱਚ ਲੈ ਕੇ ਸਿਰ ਮੱਥੇ ਮੰਨਿਆ ਹੈ। ਭਇਓ ਕਿਰਪਾਲ ਠਾਕਰ ਸੇਵਕ ਕਉ। ਠਾਕੁਰ ਮਾਲਕ ਪਰਮੇਸ਼ਰ ਦਾਸ ਦੇ ਵਾਹਿਗੁਰੂ ਜਦ ਕਿਰਪਾਲੂ ਦਿਆਲੂ ਹੋਇਆ। ਸਵਰੇ ਹਲਤ ਪਲਾਤਾ। ਤਦ ਸੇਵਕ ਜਨ ਦੇ ਲੋਕ ਅਤੇ ਪਰਲੋਕ ਦੋਵੇਂ ਹੀ ਸਮਰ ਗਏ। ਧਨ ਸੇਵਕਾ ਸਫਲ ਉਹ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ ਨਾਨਕ ਖਸਮ ਪਛਾਤਾ। ਜਿਸ ਨੇ ਮਾਲਕ ਪਰਮੇਸ਼ਰ ਨੂੰ ਪਹਿਚਾਨ ਲਿਆ ਉਹ ਸੇਵਕ ਦਾਸ ਧਨਤਾ ਦੀ ਯੋਗ ਹੈ ਅਤੇ ਉਸ ਦਾ ਮਨੁੱਖਾ ਜਨਮ ਧਾਰ ਕੇ ਸੰਸਾਰ ਵਿੱਚ ਆਉਣਾ ਸਫਲਾ ਹੈ ਜਾਂ ਸਹਿਤ ਗਿਆਨ ਰੂਪੀ ਫਲ ਦੇ ਹੈ। ਮਾਰੂ ਮਹੱਲਾ ਪੰਜਵਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ ਵੈਰਾਗਮਈ ਸ਼ਬਦ ਉਚਾਰਨ ਕਰਦੇ ਹਨ। ਖੁੱਲਿਆ ਕਰਮ ਕਿਰਪਾ ਭਈ ਠਾਕੁਰ। ਸਾਧ ਸੰਗਤ ਜੀਓ, ਪੰਜਵੇਂ ਗੁਰਾਂ ਨੇ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋਣ ਵੇਲੇ ਆਪਣੀ ਅਵਸਥਾ ਨੂੰ ਕਥਨ ਕਰਦਿਆਂ ਇਸ ਪਾਵਨ ਸ਼ਬਦ ਨੂੰ ਉਚਾਰਨ ਕਰਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀਗਾ। ਅਤੇ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਸਨ, ਉਸ ਸਮੇਂ ਸਤਿਗੁਰਾਂ ਨੇ ਰਾਗੀ ਸਿੰਘਾਂ ਨੂੰ ਇਸ ਪਾਵਨ ਸ਼ਬਦ ਦਾ ਕੀਰਤਨ ਕਰਨ ਦੀ ਆਗਿਆ ਦਿੱਤੀ ਸੀਗੀ ਕਿ ਆਗਿਆ ਕੀਤੀ ਕਿ ਇਹ ਸ਼ਬਦ ਪੜ੍ਹੋ। ਖੁੱਲ੍ਹਿਆ ਕਰਮ ਜਦ ਨਿਸ਼ਕਾਮ ਕਰਮ ਫਲ ਦੇਣ ਨੂੰ ਖੁੱਲ੍ਹ ਗਏ, ਕਿਰਪਾ ਭਈ ਠਾਕੁਰ ਮਤਲਬ ਭਾਗ ਜਾਗ ਪਏ, ਤਦ ਠਾਕੁਰ ਮਾਲਕ ਵਾਹਿਗੁਰੂ ਦੀ ਕਿਰਪਾ ਮਿਹਰ ਹੋਈ। ਜਦ ਮਾਲਕ ਪਰਮੇਸ਼ਰ ਦੀ ਮਿਹਰ ਹੋਈ ਤਾਂ ਕਰਮ ਖੁੱਲ੍ਹਿਆ। ਕੀਰਤਨ ਹਰ ਹਰ ਗਾਈ। ਅਤੇ ਫਿਰ ਹਰੀ ਹਰ ਵਾਹਿਗੁਰੂ ਦੇ ਕੀਰਤਨ ਦੇ ਤਾਈਂ ਇੱਕ ਰਸ ਗਾਉਣਾ ਕੀਤਾ। ਸ਼ਰਮ ਥਾਕਾ ਪਾਏ ਬਿਸਰਾਮਾ। ਹੁਣ ਸੱਚ ਸਰੂਪ ਦੇ ਵਿੱਚ ਵਿਸਰਾਮਾ ਟਿਕਾ ਸਥਿਤੀ ਪਾਈ ਪਾਉਣਾ ਕੀਤੀ ਹੈ ਅਤੇ ਜੂਨਾਂ ਦੀ ਜੋ ਵੀ ਮਿਟ ਗਈ ਸਗਲੀ ਤਾਈ। ਜੋ ਸੰਸਾਰ ਦੇ ਧਾਈ ਧਵਣ ਭਵ ਦੌੜਨ ਦੀ ਸ਼ਰਮ ਥਾਕਾ ਥਕਾਵਟ ਥੱਕ ਗਈ, ਨਿਵਰਤ ਹੋ ਗਈ ਅਤੇ ਸੱਚ ਸਰੂਪ 'ਚ ਹੋਣ ਟਿਕਾ ਸਥਿਤੀ ਪਾਈ ਹੈ ਅਤੇ ਜੂਨਾਂ ਦੀ ਧੌਣੀ ਦੌੜ ਵੀ ਸਾਰੀ ਮਿਟ ਗਈ, ਨਿਵਰਤ ਹੋ ਗਈ ਹੈ। ਅਬ ਮੋਹੇ ਹੁਣ ਮੈਂ ਜੀਵਨ ਪਦਵੀ ਪਾਈ। ਜੀਵਨ ਪਦਵੀ ਦਾ ਮਤਲਬ ਹੈ ਆਤਮਿਕ ਪਦਵੀ ਪਾ ਲਈ ਹੈ। ਚੇਤ ਆਇਓ ਮਨ ਪੁਰਖ ਵਿਦਾਤਾ। ਸੋ ਫਲ ਪ੍ਰਦਾਤਾ ਕਰਮ ਅਨੁਸਾਰ ਫਲ ਦਾ ਦਾਤੇ ਪਰਮੇਸ਼ਰ ਦਾ ਨਾਮ ਮੇਰੇ ਮਨ ਹਿਰਦੇ ਵਿੱਚ
ਚੇਤੇ ਆਇਆ ਹੈ। ਸੰਤਨ ਕੀ ਸਰਣ ਆਈ, ਗੁਰੂ ਰੂਪ ਸੰਤਾਂ ਦੀ ਓਟ 'ਚ ਪੈਣ ਕਰਕੇ ਮੇਰੇ ਚਿੱਤ ਵਿੱਚ ਸ਼੍ਰੋਮਣੀ ਵਿਧਾਤੇ ਪੁਰਖ ਪਰਮੇਸ਼ਰ ਦਾ ਨਾਮ ਚੇਤੇ ਆਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਕਾਮ ਮੰਦ ਵਾਸ਼ਨਾ, ਕ੍ਰੋਧ ਗੁੱਸਾ, ਲੋਭ ਲਾਲਚ ਅਤੇ ਮੋਹ ਆਦਿਕ ਸਾਰੇ ਵਿਕਾਰ ਨਿਵਰਤ ਹੋ ਗਏ ਹਨ। ਨਿਵਰੇ ਸਗਲ ਬਰਾਈ, ਅਤੇ ਮਹਾਰਾਜ ਫਰਮਾਉਂਦੇ ਨੇ ਸਾਡੇ ਸਾਰੇ ਵੈਰੀ ਵੀ ਨਿਵਰਤ ਦੂਰ ਹੋ ਗਏ ਹਨ। ਹਸਦ ਹਜੂਰਾ ਹਾਜ਼ਰ ਹੈ ਨਾਜ਼ਰ, ਪਰਮੇਸ਼ਰ ਸਦਾ ਹਜ਼ੂਰ ਸਾਹਮਣੇ ਹੈ। ਜੋ ਚਿੱਤ ਨੂੰ ਨਾਮ ਦੇ ਵਿੱਚ ਜੋੜ ਕੇ ਰਿਦੇ ਵਿੱਚ ਹਾਜ਼ਰ ਸਮਝਣ ਵਾਲੇ ਨੇ, ਉਹਨਾਂ ਦੇ ਦ੍ਰਿਸ਼ਟਾ ਰੂਪ ਪਰਮੇਸ਼ਰ ਨਾਜ਼ਰ ਨਜ਼ਰ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਇਸੇ ਪ੍ਰਕਾਰ ਸਾਧ ਹਜੂਰਾ ਹਾਜ਼ਰ ਹੈ ਨਾਜ਼ਰ, ਸਾਧ ਸੰਗਤ ਜੀਓ, ਇਹਨਾਂ ਅੱਖਰਾਂ ਤੋਂ ਜੋ ਸਾਡਾ ਪੰਜਵਾਂ ਤਖਤ ਸ੍ਰੀ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ, ਇਹਦਾ ਨਾਮ ਹਜੂਰ ਸਾਹਿਬ ਇਸ ਅੱਖਰ ਤੋਂ ਪਿਆ ਹੈ। ਸਾਧ ਹਜੂਰ ਹਾਜ਼ਰ ਹੈ ਨਾਜ਼ਰ। ਅਤੇ ਜਿਹੜਾ ਸ੍ਰੀ ਅਬਚਲ ਨਗਰ ਹੈ, ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਸੀ ਗੁਰੂ ਗੋਬਿੰਦ ਸਿੰਘ ਨੇ, ਅੱਜ ਸਮਝ ਲਓ ਜੋਤੀ ਜੋਤ ਸਮਾ ਰਹੇ ਨੇ, ਆਹ ਸ਼ਬਦ ਦਾ ਕੀਰਤਨ ਸੁਣ ਰਹੇ ਨੇ। ਅਤੇ ਜਦੋਂ ਗੁਰਤਾ ਗੱਦੀ ਬਖਸ਼ੀ ਉਦੋਂ ਹੁਕਮਨਾਮਾ ਆਇਆ ਸੀ, ਅਬਚਲ ਨਗਰ ਗੋਬਿੰਦ ਗੁਰੂ ਕਾ। ਗੁਰੂ ਗੋਬਿੰਦ ਸਿੰਘ ਦਾ ਜਿਹੜਾ ਅਬਚਲ ਨਗਰ ਹੈ, ਇਹ ਸਤਿਯੁਗ ਦਾ ਹੈ। ਅਤੇ ਕਲਯੁਗ ਦੇ ਵਿੱਚ ਮਹਾਰਾਜ ਨੇ ਆਪਦੀਆਂ ਨਿਸ਼ਾਨੀਆਂ ਦਿਖਾ ਕੇ ਜਿੰਨਾ ਕਬਜ਼ਾ ਝੂਠਾ ਹੀ ਕੀਤਾ ਹੋਇਆ ਸੀ, ਉਹਨਾਂ ਤੋਂ ਕਬਜ਼ਾ ਛਡਾ ਕੇ ਗੁਰਦੁਆਰੇ ਦਾ ਕਬਜ਼ਾ ਦਿਵਾਇਆ। ਇਹੋ ਮਹਾਰਾਜ ਨੇ ਆਪ ਦਾ ਜੋ ਅਸਥਾਨ ਸੀ ਪੁਰਾਣੇ ਯੁੱਗ ਦਾ, ਉਹ ਪ੍ਰਗਟ ਕੀਤਾ। ਅਬਚਲ ਨਗਰ ਉਸ ਹੁਕਮਨਾਮੇ ਤੋਂ ਪਿਆ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਅਬਚਲ ਨਗਰ ਹੈ। ਨਾਮ ਜਪਤ ਸੁਖ ਪਾਇਆ ਰਾਮ। ਅਤੇ ਆਹ ਜਿਹੜਾ ਅੱਖਰ ਹੈ ਸਦ ਹਜੂਰ ਹਾਜ਼ਰ ਹੈ ਨਾਜ਼ਰ, ਸੱਚਖੰਡ ਹਜੂਰ ਸਾਹਿਬ, ਜਿਹਦੇ 'ਚ ਮਹਾਰਾਜ ਹਜੂਰ ਸਾਹਮਣੇ ਹੈ, ਤੋ ਇਸ ਅੱਖਰ ਤੋਂ ਹਜੂਰ ਸਾਹਿਬ ਕਹਿੰਦੇ ਹਨ। ਜਿੱਥੇ ਪਰਮੇਸ਼ਰ ਸਦਾ ਹਾਜ਼ਰ ਅੰਗ ਸੰਗ ਨੇੜੇ ਹੈ, ਅਤੇ ਸਭ ਦੇ ਦ੍ਰਿਸ਼ਟਾ ਰੂਪ ਹੋ ਕੇ ਆਪਣੀ ਨਜ਼ਰ ਰੱਖਣ ਵਾਲਾ ਹੈ। ਕਤਹਿ ਨਾ ਭਇਓ ਦੁਰਾਈ, ਉਹ ਕਦੇ ਵੀ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ, ਨੀਰੈ ਨਾਹੀਂ ਦੂਰ ਨਿਜਾਤ ਮੇਂ ਰਹਿਆ ਭਰਪੂਰ। ਉਹ ਦੂਰ ਨਹੀਂ ਹੋਇਆ, ਜਾਂ ਕਦੇ ਵੀ ਦੁਰਾਈ ਸ਼ਬਦਾ ਨਹੀਂ ਹੈ, ਭਾਵ ਸਦਾ ਗੁਰਮੁਖਾਂ ਦੇ ਹਿਰਦੇ 'ਚ ਪ੍ਰਗਟ ਪ੍ਰਤੱਖ ਰਹਿੰਦਾ ਹੈ। ਸੁਖ ਸੀਤਲ ਸ਼ਰਧਾ ਸਭ ਪੂਰੀ, ਸੋ ਤਦ ਆਨੰਦ ਸਰੂਪ ਦੀ ਪ੍ਰਾਪਤੀ ਵਾਲੇ ਅਤੇ ਸ਼ਾਂਤ ਚਿੱਤ ਅਸੀਂ ਹੋ ਗਏ, ਅਤੇ ਸਾਡੀ ਸਾਰੀ ਸ਼ਰਧਾ ਪੂਰੀ ਹੋ ਗਈ। ਹੋਏ ਸੰਤ ਸਹਾਈ, ਜਦ ਸ਼ਾਂਤ ਆਤਮਾ ਵਾਲੇ ਸਤਿਗੁਰੂ ਜੀ ਸਾਡੇ ਸਹਾਇਕ ਹੋਏ, ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਪਾਵਨ ਪਤਤ ਕੀਏ ਖਿਨ ਭੀਤਰ, ਗੁਰੂ ਸਾਹਿਬ ਜੀ ਨੇ ਇੱਕ ਖਿਨ ਦੇ ਵਿੱਚ ਪਾਪੀ ਪੁਰਖ ਪਵਿੱਤਰ ਜੀਵਨ ਵਾਲੇ ਕੀਤੇ ਕਰ ਦਿੱਤੇ ਨੇ। ਨਿਰਭਉ ਮਹਿਮਾ ਕਥਨ ਨ ਜਾਈ, ਇਸੇ ਕਰਕੇ ਗੁਰਾਂ ਦੀ ਪਰਮੇਸ਼ਰ ਦੀ ਜੋ ਮਹਿਮਾ ਹੈ, ਸ਼ੋਭਾ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਨਿਰਭਉ ਭਈ ਸਗਲ ਭੈ ਖੋਏ, ਹੁਣ ਉਹ ਡਰ ਤੋਂ ਰਹਿਤ ਹੋ ਗਏ
ਔਰ ਉਹਨਾਂ ਦੇ ਸਾਰੇ ਡਰ ਵੀ ਮੇਟ ਦਿੱਤੇ ਨੇ। ਗੋਬਿੰਦ ਚਰਨ ਉਟਾਈ, ਜਿਨ੍ਹਾਂ ਗੁਰਮੁਖਾਂ ਨੇ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੀ ਓਟ ਲੈਣਾ ਕੀਤੀ ਹੈ। ਨਾਨਕ ਜਸ ਗਾਵੈ ਠਾਕੁਰ ਕਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਗੁਰਮੁਖ ਜਨ ਹਨ, ਰੈਣ ਦਿਨ ਸਲਿਵ ਲਾਈ, ਰਾਤ ਦਿਨੇ ਚਿੱਤ ਦੀ ਲੈ ਬਿਰਤੀ ਲਾ ਕੇ ਜੋੜ ਕੇ ਠਾਕੁਰ ਮਾਲਕ ਪਰਮੇਸ਼ਰ ਦਾ ਜਸ ਕੀਰਤਨ ਗਾਉਂਦੇ ਹਨ। ਪੰਜਵੇਂ ਪਾਤਸ਼ਾਹ ਜੀ ਵੀ ਜਦ ਜੋਤੀ ਜੋਤ ਸਮਾਉਣ ਲੱਗੇ ਸਨ ਤਾਂ ਉਹਨਾਂ ਵੀ ਸਾਧ ਸੰਗਤ ਜੀਓ ਇਹ ਪਾਵਨ ਸ਼ਬਦ ਦਾ ਕੀਰਤਨ ਕੀਤਾ, ਕਰਵਾਇਆ, ਸੁਣਿਆ। ਭਾਈ ਬਾਬਕ ਰਬਾਬੀ ਉੱਥੋਂ ਲਾਹੌਰ ਤੋਂ ਆ ਗਏ ਰਾਵੀ ਦੇ ਕੰਢੇ 'ਤੇ, ਆਖਿਆ ਗੁਰਮੁਖੋ ਕੀਰਤਨ ਸੁਣਾਓ। ਅਤੇ ਮਹਾਰਾਜ ਨੇ ਸਮਝ ਲਓ ਆਪ ਸ਼ਬਦ ਉਚਾਰਿਆ, ਉਹਨਾਂ ਨੂੰ ਸੁਣਾਇਆ, ਫਿਰ ਉਹਨਾਂ ਕੀਰਤਨ ਗਾਇਆ। ਅਤੇ ਇੱਕ ਜਪਜੀ ਸਾਹਿਬ ਦਾ ਪਾਠ ਸਾਹਿਬਾਂ ਨੇ ਆਪ ਖੁਦ ਕੀਤਾ ਅਤੇ 5 ਪਾਠ 5 ਸਿੱਖਾਂ ਕੋਲੋਂ ਸੁਣੇ। ਇਉਂ ਸਾਰੀ ਉਮਰ ਵੀ ਨਾਮ ਜਪਿਆ, ਬਾਣੀ ਉਚਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਲਪ ਕੀਤੇ ਅਤੇ ਚੱਲਣ ਲੱਗੀਆਂ ਵੀ ਮਹਾਰਾਜ ਦਾ ਨਾਮ ਜਪਦਿਆਂ, ਬਾਣੀ ਦਾ ਕੀਰਤਨ ਸੁਣਦਿਆਂ ਹੀ ਸਰੀਰ ਸ਼ਾਂਤ ਕੀਤਾ। ਇਹ ਗੁਰੂ ਸਾਹਿਬ ਦੀ ਵਾਹਿਗੁਰੂ ਦੀ ਕਿਰਪਾ ਹੈ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਵਿੱਚ ਸਤਿਗੁਰੂ ਪੰਜਵੇਂ ਭਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਜੋ ਸਮਰੱਥ ਸਰਬ ਗੁਣ ਨਾਇਕ, ਜੋ ਪਰਮੇਸ਼ਰ ਸਰਬ ਸ਼ਕਤੀਮਾਨ ਤੇ ਸਾਰੇ ਗੁਣਾਂ ਦਾ ਪ੍ਰੇਰਕ ਹੈ। ਤਿਸ ਕਉ ਕਬਹੁ ਨਾ ਗਾਵਸਰੇ। ਇਹ ਭਾਈ ਉਸ ਦੇ ਤਾਈਂ ਤੂੰ ਕਦੇ ਵੀ ਗਾਉਂਦਾ ਨਹੀਂ ਹੈ। ਹੋਰ ਗੰਦੇ ਮੰਦੇ ਗੀਤ ਗਾਣਿਆਂ ਵਿੱਚ ਰੁੱਝਿਆ ਹੋਇਆ ਹੈ, ਟੱਪੇ ਗਾਈ ਜਾਂਦਾ ਹੈ, ਪੰਜਾਬੀ ਬੋਲੀਆਂ। ਤੂੰ ਮਹਾਰਾਜ ਦਾ ਕੀਰਤਨ ਕਦੀ ਗਾਉਂਦਾ ਹੀ ਨਹੀਂ ਹੈ, ਵਾਹਿਗੁਰੂ ਦੇ ਗੁਣਾਂ ਨੂੰ ਕਦੀ ਗਾਇਆ ਹੀ ਨਹੀਂ ਹੈ। ਇਹ ਮਨ ਵਿੱਚ ਸ਼ੌਂਕ ਹੀ ਨਹੀਂ ਹੈ। ਖੁਦ ਅਸੀਂ ਬਾਣੀ ਪੜ੍ਹਨ ਵਾਲੇ ਵੀ ਜਦ ਗੁਣ ਗਣਾਉਂਦੇ ਹਾਂ ਤਾਂ ਬਾਣੀ ਦੀ ਪੰਗਤੀ ਨਹੀਂ ਗੁਣ ਗਣਾਉਂਦੇ, ਹੋਰ ਹੀ ਪਤਾ ਨਹੀਂ ਕੀ ਗਾਈ ਜਾਂਦੇ ਆ ਜੋ ਸਾਡੇ ਮਨ 'ਚ ਚੱਲਦਾ ਰਹਿੰਦਾ। ਜਿੰਨਾ ਮਰਜ਼ੀ ਪਾਠ ਕਰਦੇ ਰਹੋ, ਸੁੱਤੇ ਪਿਆ ਸੁਪਨਾ ਉਲਟਾ ਸਿੱਧਾ ਹੀ ਆਊਗਾ, ਕਿਉਂਕਿ ਮਨ ਦੇ ਵਿੱਚ ਜਿਹੜਾ ਅਚੇਤ ਮਨ ਹੈ ਉਹਦੇ 'ਤੇ ਅਸਰ ਨਹੀਂ ਹੋ ਰਿਹਾ। ਛੋੜ ਜਾਏ ਖਿਨ ਭੀਤਰ ਤਾਂ ਕਉ। ਤੇਰੇ ਤਾਈਂ ਜਿਸ ਪਦਾਰਥਾਂ ਨੇ ਇੱਕ ਖਿਨ ਦੇ ਵਿੱਚ ਛੱਡ ਕੇ ਤੁਰ ਜਾਣਾ ਹੈ ਜਾਂ ਤੂੰ ਛੱਡ ਕੇ ਚਲੇ ਜਾਣਾ ਹੈ। ਵਾਹ ਕਉ ਫਿਰ ਧਾਵਸਰੇ। ਤੂੰ ਦੌੜ ਦੌੜ ਕੇ ਬਾਂਦਰ ਦੀ ਤਰ੍ਹਾਂ ਭੱਜ ਭੱਜ ਕੇ, ਜਿਸ ਤਰ੍ਹਾਂ ਫੁੱਲੀਆਂ ਦੀ ਮੁੱਠ ਕੁੱਜੀ 'ਚ ਪਾ ਲੈਂਦਾ ਉਹਦੇ 'ਚ ਹੀ ਫਸਦਾ, ਇਉਂ ਪਦਾਰਥਾਂ ਦੇ ਵਾਸਤੇ ਮੁੜ ਮੁੜ ਕੇ ਦੌੜਿਆ ਫਿਰਦਾ, ਉਲਟੇ ਪਾਸੇ ਨਹੀਂ ਭੱਜਿਆ ਫਿਰਦਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਖਤ ਸੰਗ ਨਾ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਖਤ ਸੰਗ ਨਾ ਛੁਟਕੀ ਰੇ। ਆਪਣੇ ਪ੍ਰਭ ਕਉ ਕਿਉ ਨ ਸਮਾਰ ਸਰੇ। ਇਹ ਭਾਈ ਅਸੀਂ ਤਾਂ ਹੈਰਾਨ ਕਿ ਜਿਹੜਾ ਆਪਣਾ ਵਾਹਿਗੁਰੂ ਹੈ ਤੂੰ ਆਪਣੇ ਪਰਮੇਸ਼ਰ ਨੂੰ ਕਿਉਂ ਨਹੀਂ ਸੰਭਾਲਦਾ, ਕਿਉਂ ਚੇਤੇ ਨਹੀਂ ਕਰਦਾ ਹੈ। ਆਪਣੇ ਬੈਰੀ ਸੰਗ ਰੰਗ ਰਸ ਰਚਿਆ। ਤੂੰ ਵੈਰ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਦਾ ਸੰਗੀ ਹੋ ਰਿਹਾ ਹੈ, ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦਾ ਸੰਗੀ ਹੋ ਰਿਹਾ, ਔਰ ਉਹਨਾਂ ਨਾਲ ਪ੍ਰੇਮ ਕਰਕੇ ਫਿਰ ਉਹਨਾਂ ਦੇ ਰਸ ਆਨੰਦ ਭੋਗਣ ਵਿੱਚ ਰਚਿਆ ਰਹਿੰਦਾ ਹੈ, ਜਾਂ ਵੈਰੀ ਕਾਮ ਆਦਿਕਾਂ ਦੀ ਸੰਗਤ ਕਰਕੇ ਰਸ ਵਿਸ਼ਿਆਂ ਨੂੰ ਭੋਗਣ ਦੇ ਆਨੰਦ ਵਿੱਚ ਰਚਿਆ ਰਹਿੰਦਾ ਹੈ। ਤਿਸ ਸਿਉ ਜੀਆ ਰਾਜਾਰ ਸਰੇ। ਤਿੰਨਾਂ ਵਿਸ਼ਿਆਂ ਦਾ ਸੰਗ ਕਰਕੇ ਤੂੰ ਆਪਣੀ ਜ਼ਿੰਦਗੀ ਨੂੰ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਹੀ ਜਾਰਸ ਜਾਲ ਰਿਹਾ, ਸਾੜ ਰਿਹਾ ਹੈ। ਇਹ ਮੁੱਖ ਪਾਠ ਤਾਂ ਜਾਰਸ ਹੀ ਹੈ, ਪਰ ਕਈ ਸਰੂਪਾਂ 'ਚ ਜਾਗਸ ਪਾਠ ਵੀ ਹੁੰਦਾ ਤਾਂ ਅਰਥ ਇੰਜ ਬਣੇਗਾ।
ਇਹਨਾਂ ਵਿਸ਼ਿਆਂ ਦੇ ਨਾਲ ਲੱਗ ਕੇ ਤੂੰ ਆਪਣੇ ਹਿਰਦੇ ਵਿੱਚ ਵਿਕਾਰਾਂ ਨੂੰ ਭੋਗਣ ਦੀ ਅੱਗ ਜਗਾ ਰਿਹਾ ਹੈ, ਪਰ ਪਾਠ ਜਰ ਸਹੀ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਾ ਕੈ ਨਾਮ ਸੁਣਿਐ ਜਮ ਛੋੜੈ। ਜਿਸ ਪਰਮੇਸ਼ਰ ਦੇ ਨਾਮ ਨੂੰ ਸੁਣਦਿਆਂ ਸਾਰ ਹੀ ਯਮਦੂਤ ਵੀ ਛੱਡ ਜਾਂਦਾ ਹੈ। ਤਾਂ ਕਿ ਸਰਨ ਨ ਪਾਵਸਰੇ। ਇਹ ਭਾਈ ਤਿਸ ਪਰਮੇਸ਼ਰ ਦੀ ਓਟ ਵਿੱਚ ਤੂੰ ਕਿਉਂ ਨਹੀਂ ਆਪਣੇ ਆਪ ਨੂੰ ਪਾਉਂਦਾ ਹੈ? ਕਾਂਡ ਦੇ ਸਿਆਲ ਬਪਰੇ ਕਉ। ਜਿਹੜਾ ਆਲਸ ਤੈਨੂੰ ਪਿਆ ਹੋਇਆ ਹੈ, ਜਿੰਨਾ ਵੀ ਆਲਸ ਪਾਈ ਜਾਓ ਉਹਨਾਂ ਆਲਸ ਵੱਧਦਾ ਜਾਂਦਾ ਹੈ। ਤੋ ਇਸ ਲਈ ਇਹ ਸਰੀਰ ਤੋਂ ਜਿੰਨਾ ਵੀ ਕੰਮ ਲੈ ਸਕਦੇ ਹੋ ਲਓ। ਤੂੰ ਵਿਚਾਰੇ ਆਲਸ ਰੂਪੀ ਗਿੱਦੜ ਦੇ ਤਾਈਂ ਮਾਰ ਕੇ ਸੋਟੇ ਮਨ ਵਿੱਚੋਂ ਬਾਹਰ ਕੱਢ ਦੇਣਾ ਕਰ। ਇੱਕ ਹੁੰਦਾ ਸਰੀਰ ਦੇ ਆਰਾਮ ਲਈ ਨੀਂਦਰ ਲੈਣੀ। ਨੀਂਦ ਤਾਂ ਬੜੀ ਚੰਗੀ ਹੁੰਦੀ ਹੈ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ। ਆ ਜਿਹੜੇ ਡਰਾਈਵਰ ਨੇ ਜਾਂ ਪਾਠੀ ਸਿੰਘ ਨੇ 5-7 ਮਿੰਟ ਦੀ ਅੱਖ ਬੰਦ ਕਰ ਲੈਣ, ਉਹਨੇ 'ਚ ਹੀ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ। ਅਤੇ ਮੁੜ ਕੇ ਪਾਠ ਬੜਾ ਸੋਹਣਾ ਹੁੰਦਾ, ਡਰਾਈਵਰੀ ਫਿਰ ਕਿਤੇ ਅੱਖ ਨਹੀਂ ਚਮਕੀ ਜਾਂਦੀ। ਤੋ ਐਕਸੀਡੈਂਟ ਨਾਲੋਂ ਜਾਂ ਝੋਕਾ ਮਾਰਨ ਨਾਲੋਂ ਸੌਣਾ ਮੈਂ ਕਹਿੰਦਾ ਵੀ ਬੜਾ ਹੀ ਚੰਗਾ ਹੁੰਦਾ, ਜਿੱਥੋਂ ਤੱਕ ਮੈਂ ਸਮਝਿਆ। ਪਰ ਜਿਹੜਾ ਆਲਸ ਹੈ, ਮਹਾਰਾਜ ਨੇ ਆਲਸ ਨੂੰ ਗਿੱਦੜ ਆਖਿਆ। ਆਲਸ ਮਾੜਾ ਹੈ, ਕਬੂਤਰ ਦੀ ਤਰ੍ਹਾਂ ਅੱਖਾਂ ਮੀਟਦੇ ਰਹਿਣ, ਇਹਨੂੰ ਮਾਰ ਕੇ ਕੱਢ ਦੇਵੋ। ਤਾਂ ਕਿ ਓਟ ਟਿਕਾਵਸਰੇ। ਉਸ ਆਲਸ ਦੀ ਓਟ ਵਿੱਚ ਤੂੰ ਆਪਣੇ ਆਪ ਨੂੰ ਕਿਉਂ ਟਿਕਾਉਂਦਾ ਪਿਆ ਹੈ? ਜਾਂ ਉਸ ਹਰੀ ਰੂਪ ਸ਼ੇਰ ਜਾਂ ਉਦਮ ਰੂਪੀ ਸ਼ੇਰ ਦੀ ਓਟ ਆਪਣੇ ਹਿਰਦੇ ਵਿੱਚ ਤੂੰ ਟਿਕਾ ਲੈਣਾ ਕਰ। ਸ਼ੇਰ ਬਣ, ਗਿੱਦੜ ਨੂੰ ਆਲਸ ਨੂੰ ਮਾਰ ਕੇ ਬਾਹਰ ਕੱਢ ਦੇ। ਇਹ ਮਨ ਆਲਸ ਕਿਆ ਕਰ, ਅਤੇ ਤੂੰ ਕਾਹਦੇ ਲਈ ਆਲਸ ਕਰ ਰਿਹਾ ਹੈ? ਉੱਠ ਜਾਗ ਕੁਰਾੜੇ ਮਾਰ ਨਹੀਂ, ਜਾਗਣਾ ਜਾਗਨਿਕਾ ਹਰ ਕੀਰਤਨ ਮੈਂ ਜਾਗਣਾ। ਤੋ ਇਸ ਵਾਸਤੇ ਮਹਾਰਾਜ ਦੇ ਨਾਮ ਦੇ ਕੀਰਤਨ ਵਿੱਚ ਜਾਗ ਪਾਓ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਯੋਧ ਵੇ ਹਾਥ ਹੈ, ਫੂਟੈ ਘਟ ਜਿਉ ਬਾਨੀ। ਕਬੀਰ ਸੁਤਾ ਕਿਆ ਕਰ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਜਿਸ ਕਾ ਜਾਸ ਸੁਣਤ ਭਵ ਤਰੀਐ। ਇਹ ਭਾਈ ਜਿਸ ਪਰਮੇਸ਼ਰ ਦਾ ਜਸ ਸੁਣ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਤਾਂ ਸਿਉ ਰੰਗ ਨਾ ਲਾਵਸਰੇ। ਤੂੰ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਪ੍ਰੇਮ ਕਿਉਂ ਨਹੀਂ ਲਾਉਂਦਾ ਹੈ? ਹੋਰਨਾਂ ਪਾਸੇ ਤੇਰਾ ਝੁਕਾਵ ਬਣਿਆ ਹੋਇਆ ਹੈ। ਥੋੜੀ ਬਾਤ ਅਲਪ ਸੁਪਨੇ ਕੀ। ਆ ਜਿਹੜੀ ਤੇਰੀ ਜ਼ਿੰਦਗੀ ਹੈ, ਇਹਦੀ ਗੱਲ ਥੋੜ੍ਹੀ ਜਿਹੀ ਹੈ, ਬਹੁਤੀ ਜ਼ਿਆਦਾ ਲੰਬੀ ਨਹੀਂ ਹੈ। ਜਿਹੜੇ ਵੱਡੇ ਵੱਡੇ ਪਸਾਰੇ ਹੋਏ ਹਨ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਜ਼ਿੰਦਗੀ ਥੋੜ੍ਹੇ ਕੁ ਦਿਨਾਂ ਦੀ ਹੈ, ਬਹੁਤੀ ਲੰਬੀ ਚੌੜੀ ਨਹੀਂ ਹੈ। ਇਸ ਵਾਸਤੇ 4 ਦਿਨ ਆਪਣੀ ਨੌਬਤ ਚਲੇ ਬਜਾਏ। 4 ਦਿਨਾਂ ਦੀ ਜ਼ਿੰਦਗੀ ਹੈ, ਜੰਮਣ ਦਾ ਅਤੇ ਮਰਨ ਦਾ, ਅਤੇ ਬਾਕੀ 2-4 ਦਿਨ ਜਵਾਨੀ ਦੇ ਹੋ ਗਏ। ਇਸ ਲਈ ਬਹੁਤੀ ਲੰਬੀ ਨਹੀਂ ਹੈ। ਹਫ਼ਤੇ ਦੇ 7 ਕੀ ਦਿਨ ਨੇ, 8ਵਾਂ ਦਿਨ ਨਹੀਂ ਕਦੀ ਚੜ੍ਹਦਾ, ਇਹਦੇ 'ਚ ਹੀ ਕੰਮ ਤਮਾਮ ਹੋ ਜਾਂਦਾ ਹੈ। ਇਸ ਲਈ ਛੋਟੀ ਜਿਹੀ ਜ਼ਿੰਦਗੀ ਹੈ, ਤੁਛ ਬੁੱਧੀ ਹੈ ਤੇਰੀ, ਅਤੇ ਜ਼ਿੰਦਗੀ ਦੀ ਥੋੜ੍ਹੀ ਜਿਹੀ ਤੇਰੀ ਗੱਲ ਹੈ। ਤੂੰ ਤੁਛ ਮਾਤਰ ਅਤੇ ਸੁਪਨੇ ਦੀ ਤਰ੍ਹਾਂ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ। ਮਹਾਰਾਜ ਦਾ ਬਚਨ ਹੈ, ਯਕ ਅਰਜ਼ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ, ਦੁਨੀਆ ਦਾ ਮੁਕਾਮ ਫਾਨੀ ਫਨਾ ਰੂਪ ਹੈ, ਨਾਸ਼ਵੰਦ। ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਜਿਸ ਆਸਨ ਦੇ ਅਸੀਂ ਬੈਠੇ ਹੋਏ ਹਾਂ, ਸਮਝਿਆ ਕਿ ਸਾਡਾ ਆਸਨ ਹੈ,
ਇੱਥੇ ਕਈ ਬੈਠ ਕੇ ਚਲੇ ਗਏ, ਕਈ ਬੈਠਣ ਤੋਂ ਹੀ ਲੜ ਪੈਂਦੇ ਨੇ। ਹਰਿਮੰਦਰ ਸਾਹਿਬ ਜਾਈਦਾ, ਪਹਿਲਾਂ ਬੜੀ ਲੜਾਈ ਹੁੰਦੀ ਸੀਗੀ। ਉਹਨੇ ਕਹਿਣਾ ਮੈਂ ਤਾਂ ਡੇਲੀ ਆਉਣਾ। ਹੁਣ ਡੇਲੀ ਵਾਲਿਆਂ ਨੂੰ ਸੇਵਾਦਾਰ ਕਹਿੰਦੇ ਵੀ ਬਾਹਰ, ਹੱਥ ਮਾਰ ਕੇ ਬਾਹਰ ਦਾ ਰਾਹ ਵਿਖਾਉਂਦੇ। ਮਤਲਬ ਜਿਹੜੇ ਦੂਰੋਂ ਆਏ ਨੇ ਕਦੀ ਕਦਾਈ ਤੁਸੀਂ ਉਹਨਾਂ ਨੂੰ ਜਗ੍ਹਾ ਦਿਓ। ਇਹ ਕੋਈ ਕਬਜ਼ਾ ਥੋੜ੍ਹਾ ਆ ਵੀ ਮੈਂ ਤਾਂ ਡੇਲੀ ਆਉਣਾ ਜੀ, ਮੈਂ ਤਾਂ ਹਮੇਸ਼ਾ ਹੀ ਇੱਥੇ ਬੈਠਦਾ। ਹਮੇਸ਼ਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਤਾਂ ਰੋਜ਼ ਹੀ ਆਉਂਦੇ ਆ। ਜਿਹੜਾ ਵਿਚਾਰਾ ਘੜੀ ਘੰਟਾ ਆਇਆ ਕਿਤੇ ਦੂਰ ਦਰੇਡੇ ਤੋਂ, ਉਹਨੂੰ ਜਗ੍ਹਾ ਦਿਓ। ਸਗੋਂ ਆਪਾਂ ਤਾਂ ਰੋਜ਼ ਸੁਣਦੇ। ਅਤੇ ਇਸ ਵਾਸਤੇ ਇਹ ਬੜੀ ਦਿਆਨਤਦਾਰੀ ਸਿਆਣਪ ਦੀ ਗੱਲ ਹੈ ਵੀ ਆਪ ਦੀ ਜਗ੍ਹਾ, ਆਪ ਦੀ ਸੀਟ ਕਿਸੇ ਨੂੰ ਦੇ ਕੇ ਅਤੇ ਉਹਦਾ ਭਲਾ ਕਰਨਾ, ਉਹਦੇ 'ਤੇ ਪਰਉਪਕਾਰ ਕਰਨਾ। ਮੇਰਾ ਪਿਤਾ ਰੋਡਵੇਜ਼ 'ਚੋਂ ਰਿਟਾਇਰ ਹੋਇਆ, ਲੋਕ ਬੱਸ 'ਚ ਬਹਿਣ ਤੋਂ ਲੜ ਪੈਂਦੇ। ਮੈਂ ਉਹਦੇ ਵੱਲ ਵੇਖਦਾ ਹੁੰਦਾ, ਕਿਉਂਕਿ ਸਟਾਫ ਮੈਂਬਰਾਂ ਦੀ ਟਿਕਟ ਨਹੀਂ ਲੱਗਦੀ। ਖਬਰ ਇਸ ਕਰਕੇ ਵੀ ਮੈਂ ਕਿਹੜਾ ਪੈਸੇ ਦਿੱਤੇ ਨੇ, ਵੀ ਆਪਾਂ ਤਾਂ ਘਰ ਦੇ ਬੰਦੇ ਆ, ਬੱਸਾਂ ਦੇ ਬੰਦੇ ਆ। ਉਹਨੇ ਉੱਠ ਕੇ ਖੜ੍ਹੇ ਹੋ ਜਾਣਾ, ਮਸਾਂ ਸੀਟ ਮਿਲਣੀ, ਕਹਿਣਾ ਕੋਈ ਨਹੀਂ। ਬੁੱਢਾ ਬੰਦਾ ਹੈ ਜਾਂ ਕੋਈ ਬੀਬੀ ਹੈ ਜਾਂ ਆਪ ਪਾਸੇ ਹੋ ਜਾਣਾ ਵੀ ਜਿੱਥੇ ਤਿੰਨਾਂ ਦੀ ਹੈ, ਜੇ ਚੌਥਾ ਬੰਦਾ ਬਹਿ ਗਿਆ ਤਾਂ ਇਹ 'ਚ ਕਿੰਨੀ ਕੁ ਦਿੱਕਤ ਹੈ। ਮਿੰਟ ਤਾਂ ਸਾਰੇ 10 ਨੇ, ਅਗਲਾ ਸਟੇਸ਼ਨ ਆਉਣ ਦਿਓ। ਤੋ ਇਸ ਤਰ੍ਹਾਂ ਲੜਾਈ ਕਰਨੀ, ਝਗੜਾ ਕਰਨਾ ਬੜਾ ਮਾੜਾ ਹੈ। ਇਹ ਕਬਜ਼ੇ ਐਵੇਂ ਕਿ ਐਵੇਂ ਹੀ ਨੇ, ਇੱਥੇ ਨਹੀਂ ਕੋਈ ਰਹਿੰਦਾ। ਬੜੇ ਬੜੇ ਆਏ ਅਤੇ ਬੜੇ ਬੜੇ ਚਲੇ ਗਏ। ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚਮੁੱਚ ਹੀ ਅਸੀਂ ਉਹਨਾਂ ਦੇ ਨਿਹੰਗ ਹਾਂ ਅਤੇ ਉਹਨਾਂ ਦਾ ਅੰਮ੍ਰਿਤ ਛਕਿਆ। ਅਤੇ ਗੁਰੂ ਗੋਬਿੰਦ ਸਿੰਘ ਨੇ ਇੱਕ ਸਕਿੰਟ ਨਹੀਂ ਲਾਇਆ। ਕਿੱਥੇ ਗਏ ਪਹਾੜੀਏ ਦੱਸੋ, ਲੱਭਦੇ ਨੇ ਕਿਤੇ? ਕਬਜ਼ਾ ਤਾਂ ਸਾਡਾ ਹੀ ਹੈ ਵੀ ਚਲੇ ਉਹ ਜਣੇ, ਜੇ ਮੈਂ ਨਹੀਂ ਰਹੂੰ ਮੇਰੇ ਪੁੱਤ ਤਾਂ ਰਹਿਣਗੇ। ਮਹਾਰਾਜ ਨੇ ਇੱਕ ਸਕਿੰਟ ਨਹੀਂ ਲਾਇਆ ਛੱਡਣ ਲੱਗਿਆਂ ਕਿਲ੍ਹਾ। ਅਤੇ ਕਬਜ਼ਾ ਕਿਹਨਾਂ ਦਾ? ਅੱਠੇ ਪੈਰ 24 ਆਵਰ ਉੱਥੇ 5 ਪਿਆਰੇ ਹਾਜ਼ਰ ਹੁੰਦੇ ਨੇ। ਅਤੇ ਭੀਮ ਚੰਦ ਦਾ ਕੋਈ ਨਾਮੋ ਨਿਸ਼ਾਨ ਦੇਖੋ। ਆ ਜਿਹੜੇ ਪਹਾੜੀਏ ਜਾਂ ਜਿਹੜੇ ਔਰੰਗਜ਼ੇਬ ਵਰਗੇ ਮਗਰ ਪਏ ਰਹੇ, ਕੋਈ ਉਹਨਾਂ ਦੇ ਧੀਆਂ ਪੁੱਤ ਦਿਖਾਓ। ਮਹਾਰਾਜ ਦੇ ਧੀਆਂ ਪੁੱਤ ਉੱਥੇ ਕਾਬਜ਼ ਨੇ। ਮੇਰੇ ਨਾਲ ਇੱਕ ਸਿੰਘ ਜਥੇ 'ਚ ਰਿਹਾ, ਸਭ ਤੋਂ ਪਹਿਲਾਂ ਮੇਰੇ ਕਮਰੇ 'ਚ ਸੁਨੇਹਾ ਲੈ ਕੇ ਆਇਆ ਵੀ ਭਾਈ ਦਦਾਰ ਸਿੰਘ ਜੀ ਕਹਿੰਦੇ ਨੇ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗਣਾ। ਉਹਨੂੰ ਅਸੀਂ ਫੌਜਾ ਸੋਂ ਕਹਿੰਦੇ ਪਿਆਰ ਨਾਲ। ਉੱਚਾ ਲੰਮਾ ਗੋਰਾ ਚਿੱਟਾ ਸਿੰਘ ਪੰਜਾਂ ਪਿਆਰਿਆਂ ਦੀ ਸੇਵਾ 'ਚ। ਮੇਰਾ ਖਿਆਲ ਹੈ ਵੀ ਉਹਨੂੰ 25-30 ਸਾਲ ਹੋ ਗਏ ਹੋਣਗੇ। ਤਖਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਭਾਈ ਸਰਬਜੀਤ ਸਿੰਘ ਜੀ। ਸੋ ਉਹ ਗੁਰਮੁਖ ਪਿਆਰੇ ਸੇਵਾ ਨਿਭਾ ਰਹੇ ਨੇ। ਹਮੇਸ਼ਾ ਹੀ ਪੰਜ ਪਿਆਰੇ ਜਦੋਂ ਵੀ ਕੋਈ 5-7 ਪ੍ਰਾਣੀ ਅੰਮ੍ਰਿਤ ਛਕਣ ਲਈ ਬੇਨਤੀ ਕਰਨ, ਉਸੇ ਵਕਤ ਅੰਮ੍ਰਿਤ ਸੰਚਾਰ ਕਰਨ ਦਾ ਹੁਕਮ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਪਟਨੇ ਦੀ ਧਰਤੀ ਨੂੰ ਛੱਡਣ ਲੱਗਿਆ ਮਿੰਟ ਨਹੀਂ ਲਾਇਆ। ਮਾਤਾ ਜੀ ਨੇ ਬੜੇ ਤਰਲੇ ਮਾਰੇ, ਕਹਿੰਦੇ ਨਹੀਂ ਇਹ ਮੇਰੀ ਜਗ੍ਹਾ ਨਹੀਂ ਹੈ, ਮੈਂ ਤਾਂ ਹੋਰ ਬਥੇਰੇ ਕੰਮ ਕਰਨੇ। ਜੇ ਉੱਥੇ ਬੈਠੇ ਰਹਿੰਦੇ ਅਤੇ ਬਾਕੀ ਦੀ ਸੇਵਾ ਜਾਂ ਪਰਉਪਕਾਰ ਕੌਣ ਕਰਦਾ? ਜੇ ਗੁਰੂ ਨਾਨਕ ਸਾਹਿਬ ਉਹ ਰਾਏ ਭਏ ਦੀ ਤਲਵੰਡੀ 'ਤੇ ਕਬਜ਼ਾ ਕਰੀ ਰੱਖਦੇ। ਮਹਾਰਾਜ ਵਿਚਰਦੇ ਇੱਥੇ ਸਰਿਆਲੀ ਦੇ ਕੋਲ ਗੁਰੂ ਸਾਹਿਬ ਜੀ ਦਾ ਜੱਦੀ ਪਿੰਡ ਸੀਗਾ। ਉੱਥੇ ਤਾਂ ਪਿਤਾ ਜੀ ਨੌਕਰੀ ਕਰਨ ਲਈ ਗਏ ਸੀ ਨਨਕਾਣਾ ਸਾਹਿਬ, ਅਤੇ ਸ਼ਰੀਕਾ ਨੇ ਸਮਝਿਆ ਪਤਾ ਨਹੀਂ ਕਬਜ਼ਾ ਹੀ ਕਰਨ ਆ ਗਏ। ਮਨ ਨੂੰ ਕਹਿੰਦੇ ਵੀ ਉੱਠੋ ਜੀ। ਗੁਰੂ ਜੀ 7 ਵਚਨ ਕਹਿ ਕੇ ਬਾਹਰ ਚਲੇ ਗਏ। ਉੱਥੇ ਤਾਂ ਗੁਰਦੁਆਰਾ ਸਾਹਿਬ ਹੈ, ਅਤੇ ਉਹ ਜਿੱਥੇ ਉਹਨਾਂ ਬਹਿਣ ਨਹੀਂ ਦਿੱਤਾ ਉਹ ਪਿੰਡ ਉਜੜ ਗਿਆ। ਤਾਂ ਇਸ ਵਾਸਤੇ ਜੇ ਸਾਸਨ ਹਮ ਬੈਠੇ ਕਿਤੇ ਬੈਸ ਗਿਆ, ਇਹ ਜ਼ਿੰਦਗੀ ਬਹੁਤੀ ਲੰਬੀ ਨਹੀਂ ਹੈ, ਥੋੜ੍ਹੀ ਜਿਹੀ ਗੱਲ ਹੈ। ਸੁਪਨੇ ਦੀ ਮਾਤਰ ਹੈ, ਜਦ ਜਾਗ ਆ ਗਈ ਤਾਂ ਮੁੜ ਕੇ ਜਾਣਾ ਪਏਗਾ। ਬਹੁਰ ਅਟਕਾਵ ਸਰੇ। ਹੇ ਗੁਰਮੁਖਾ, ਤੂੰ ਅੰਮ੍ਰਿਤਧਾਰੀ ਹੈ, ਮਹਾਰਾਜ ਦਾ ਨਿਹੰਗ ਹੈ, ਖਾਲਸਾ ਹੈ। ਘੱਟੋ ਘੱਟ ਤੂੰ ਤਾਂ ਲੜਾਈ ਛੱਡ ਦੇ, ਕਬਜ਼ਾ ਜਮਾਉਣ ਦੀ ਤੂੰ ਤਾਂ ਕਸ਼ਮਕਸ਼ ਵਿੱਚ ਨਾ ਆ। ਪਦਾਰਥਾਂ ਦੇ ਵਿੱਚ ਤੂੰ ਮੁੜ ਕੇ ਕਿਉਂ ਆਪਣੇ ਚਿੱਤ ਨੂੰ ਅਟਕਾਉਂਦਾ ਪਿਆ? ਗੁਰੂ ਨਾਨਕ ਸਾਹਿਬ ਦੇ ਸਿੱਖ ਇਸ ਤਰ੍ਹਾਂ ਤਾਂ ਨਹੀਂ ਕਰਦੇ ਜਿਸ ਤਰ੍ਹਾਂ ਤੂੰ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ, ਬਾਬੇ ਫਰੀਦ ਦਾ ਜੀਵਨ ਵੇਖੋ। ਇੱਟ ਸਰਾਣੇ ਭੋਏ ਸਮਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਬਾਸ। ਵੇਖੋ ਜੰਗਲ 'ਚ ਜ਼ਿੰਦਗੀ ਗੁਜ਼ਾਰਦੀ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਕਲਗੀਧਰ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਭ ਦੁਨੀਆ ਯਾਦ ਕਰਦੀ, ਮੱਥਾ ਟੇਕਦੀ ਹੈ ਇਹਨਾਂ ਕਾਰਨਾਂ ਕਰਕੇ। ਆ ਜਿਨ੍ਹਾਂ ਦੀ ਜਗ੍ਹਾ 'ਤੇ ਤੁਸੀਂ ਮੇਲਾ ਲਾਉਂਦੇ ਹੋ, ਡੇਲੀ ਆਉਂਦੇ ਹੋ, ਐਵੇਂ ਨਹੀਂ ਲੱਗਦੇ ਮੇਲੇ। ਇਹਨਾਂ ਨੇ ਇੱਕ ਸਕਿੰਟ ਦੇ ਵਿੱਚ ਹੀ ਆਪਦਾ ਸਰੀਰ ਛੱਡ ਕੇ ਆਓ ਗਏ ਤੇ ਆਓ ਗਏ। ਤੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮੁੜ ਮੁੜ ਚਿੱਤ ਨੂੰ ਅਟਕਾਉਂਦਾ ਪਿਆ ਹੈ। ਭਇਓ ਬਰਸਾਤ ਕਿਰਪਾ ਨਿਧ ਠਾਕੁਰ। ਜਿਨ੍ਹਾਂ ਗੁਰਮੁਖਾਂ ਦੇ ਮਿਹਰ ਦਾ ਸਮੁੰਦਰ ਜਾਂ ਮਿਹਰ ਦਾ ਖਜ਼ਾਨਾ ਸੁਆਮੀ ਪਰਮੇਸ਼ਰ ਕਿਰਪਾਲੂ ਹੋਇਆ ਹੈ। ਸੰਤ ਸੰਗ ਬਤ ਪਾਈ। ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਇੱਜ਼ਤ ਪਾ ਲਈ ਹੈ, ਜਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਭਾਵ ਨਿਰਵਿਕਾਰ ਰੂਪ ਜੀਵਨ ਰੂਪ ਪਦਵੀ ਪਾਉਣਾ ਕੀਤੀ ਹੈ। ਕਹੋ ਨਾਨਕਾ ਤ੍ਰੈ ਗੁਣ ਪ੍ਰਮ ਛੂਟਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਤਦੋਂ ਉਹਨਾਂ ਦੇ ਅੰਦਰੋਂ ਤਿੰਨਾਂ ਗੁਣਾਂ ਦੀ ਉਪਾਸਨਾ ਕਰਨ ਦਾ ਜਿਹੜਾ ਭਰਮ ਸੀ ਉਹ ਛੁੱਟ ਗਿਆ, ਜਾਂ ਤਿੰਨ ਗੁਣ ਤੇ ਸਾਰਾ ਭਰਮ ਛੁੱਟ ਗਿਆ ਜਾਂ ਮਿਟ ਗਿਆ ਹੈ। ਜਉ ਪ੍ਰਭ ਭਏ ਸਹਾਈ। ਜਦ ਪ੍ਰਭ ਪਰਮੇਸ਼ਰ ਜੀ ਉਹਨਾਂ ਦੇ ਸਹਾਇਕ ਹੋ ਗਏ। ਸੰਤ ਮਹਾਂਪੁਰਖ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਉਦੋਂ ਅਜੇ ਮੁਖੀ ਨਹੀਂ ਸਨ ਬਣੇ, ਜਦੋਂ ਦੇ ਅਸੀਂ ਉਹਨਾਂ ਨੂੰ ਮਿਲਦੇ ਦਰਸ਼ਨ ਕਰਦੇ ਹਾਂ। ਯੂਪੀ ਆਦਿਕ ਇਲਾਕੇ ਵਿੱਚ ਕਾਫੀ ਪ੍ਰਚਾਰ ਕੀਤਾ, ਅਤੇ ਮੈਂ ਜਦ ਵੀ ਨਾਭਾ ਸਾਹਿਬ ਆਉਣਾ, ਰਤਵਾੜਾ ਸਾਹਿਬ ਜਾ ਕੇ ਉਹਨਾਂ ਨੂੰ ਮੱਥਾ ਟੇਕ ਕੇ ਆਉਣਾ। ਜਦ ਵੱਡੇ ਬਾਬਾ ਜੀ ਜੋਤੀ ਜੋਤ ਸਮਾਏ ਤਾਂ ਹਰੇਕ ਜਗ੍ਹਾ 'ਤੇ ਥੋੜ੍ਹੀ ਬਹੁਤੀ ਹਿਲਜੁਲ ਹੁੰਦੀ ਹੈ। ਬਾਬਾ ਲਖਬੀਰ ਸਿੰਘ ਨੇ ਛੋਟਾ ਜਿਹਾ ਟੈਚੀ ਚੁੱਕਿਆ ਆਪਣਾ, ਬਾਕੀ ਸਭ ਕੁਝ ਹੀ ਛੱਡਤਾ। ਪਹਿਰੇਦਾਰ ਨੂੰ ਗੇਟ ਤੋਂ ਬਾਹਰ ਨਿਕਲਣ ਲੱਗਿਆਂ ਟੈਚੀ ਖੋਲ੍ਹ ਕੇ ਦਿਖਾਇਆ ਵੀ ਵੇਖ ਗੁਰਮੁਖਾ, ਇਹ 'ਚ ਮੇਰੇ ਟੁੱਥ ਬੁਰਸ਼ ਹੈ, ਕਛਹਿਰਾ ਪਰਨਾ ਅਤੇ ਪੇਸਟ ਵਗੈਰਾ ਜ਼ਰੂਰੀ ਸਮਾਨ ਹੈ, ਅਤੇ ਜੇ ਕੋਈ ਗੁਰਦੁਆਰੇ ਦੀ ਚੀਜ਼ ਹੈ ਤਾਂ ਤੂੰ ਚੈੱਕ ਕਰ ਲਾ। ਨਿੱਕੇ ਜਿਹੇ ਟੈਚੀ ਲੈ ਕੇ ਅਤੇ ਉਹ ਪਰਾਂ ਕਰਾਲੀ ਕਰੂਲੀ ਇੱਧਰ ਬਲੌਂਗੀ ਪਤਾ ਨਹੀਂ ਕਿੱਥੇ ਜਾ ਕੇ ਰੜੇ ਮੈਦਾਨ ਹੀ ਡੇਰਾ ਲਾ ਲਿਆ। ਫਿਰ ਮਹਾਰਾਜ ਨੇ ਕਿਰਪਾ ਕੀਤੀ, ਮੋੜ ਸਖਾਵਾਂ ਹੋਇਆ, ਦੁਬਾਰ ਤੋਂ ਫਿਰ ਸੰਗਤਾਂ ਦੀ ਪ੍ਰੇਰਨਾ ਹੋਈ, ਅਤੇ ਹੁਣ ਉਹ ਰਤਵਾੜਾ ਸਾਹਿਬ ਦੇ ਮੁੱਖ ਸੇਵਾਦਾਰ ਨੇ। ਸਭਨਾਂ ਦਾ ਸਤਿਕਾਰ ਹੈ ਜਿਨ੍ਹਾਂ ਸੇਵਾ ਕੀਤੀ, ਪਰ ਉਹਨਾਂ ਗੁਰਮੁਖਾਂ ਨੂੰ ਨਮਸਕਾਰ ਹੈ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਦੇ ਚੱਲਦਿਆਂ ਮਨ ਸ਼ਾਂਤ ਰੱਖਦੇ, ਚੜ੍ਹਦੀ ਕਲਾ ਵਾਲਾ ਜੀਵਨ ਰੱਖਦੇ ਨੇ। ਸੋ ਜੋ ਦੂਜਿਆਂ ਨੂੰ ਉਪਦੇਸ਼ ਦੇਣਾ, ਜੇ ਉਹ 'ਤੇ ਆਪ ਨਹੀਂ ਚੱਲਿਆ ਫਿਰ ਦੱਸੋ ਲਾਭ ਕੀ ਹੈ। ਤੋ ਗੁਰੂ ਘਰ ਦੀ ਮਰਜ਼ਾਦਾ ਇਹ ਮਹਾਰਾਜ ਨੇ ਬਾਣੀ ਵਿੱਚ ਦਰਸਾਈ ਹੈ। ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਇਹ ਉਪਦੇਸ਼ ਹਿਰਦਿਆਂ 'ਚ ਵਸ ਜਾਏ ਤਾਂ ਕਿ ਸਾਡਾ ਵੀ ਭਲਾ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਭਇਓ ਬਰਸਾਤ ਕਿਰਪਾ ਨਿਧ ਠਾਕੁਰ। ਸੰਤ ਸੰਗ ਪਤ ਪਾਈ। ਕਹੋ ਨਾਨਕ ਤ੍ਰੈ ਗੁਣ ਬ੍ਰਹਮ ਛੂਟਾ। ਜਉ ਪ੍ਰਭ ਭਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਭਰੀਆਂ ਸ਼ਬਦ ਗਾਉਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਇ ਸਤਿਗੁਰ